ਪਰ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਜਜਨ ਭਜਨ ਮਮ ਖਾਲਸਾ, ਖਾਲਸਾ ਪੂਜਬੇ ਜੋਗ। ਦਾਸ ਗੋਬਿੰਦ ਸਿੰਘ ਫਤਿਹ ਖਾਲਸਾ, ਦਰਸ ਪਰਸ ਮਿਟੇ ਸੋਗ। ਆਤਮ ਰਸ ਜਿਹ ਜਾਨਹੀ, ਜੋ ਸੋ ਹੈ ਖਾਲਸ ਦੇਵ। ਪ੍ਰਭ ਮਹਿ ਮੋਹ ਮਹਿ ਤਾਸ ਮਹਿ, ਰੰਚਕ ਨਾਹਿਨ ਭੇਵ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਉ ਕਰੋ ਨਿਵਾਸ। ਖਾਲਸਾ ਮੇਰੋ ਮੁਖ ਹੈ ਅੰਗ, ਖਾਲਸੇ ਕੇ ਹਉ ਬਸਤ ਸਦ ਸੰਗ। ਖਾਲਸਾ ਮੇਰੋ ਸੱਜਣ ਪਰਿਵਾਰ, ਖਾਲਸਾ ਮੇਰੋ ਕਰਤ ਉਧਾਰ। ਖਾਲਸਾ ਮੇਰੋ ਪਿੰਡ ਪ੍ਰਾਨ, ਖਾਲਸਾ ਮੇਰੀ ਜਾਨ ਕੀ ਜਾਨ। ਉਪਮਾ ਖਾਲਸੇ ਜਾਤ ਨਾ ਕਹੀ, ਜਿਹਵਾ ਏਕ ਪਾਰ ਨਹਿ ਲਹੀ। ਸ਼ੇਸ਼ ਰਸਨ ਸਾਰਦ ਸੀ ਬੁੱਧ, ਤਦਪ ਨਾ ਉਪਨਾ ਬਰਨਤ ਸੁਧ। ਯਾ ਮੈਂ ਰੰਚ ਨਾ ਮਿਥਿਆ ਪਾਖੀ, ਗੁਰ ਪਾਰ ਬ੍ਰਹਮ ਗੁਰ ਨਾਨਕ ਸਾਖੀ। ਬਿਨਤ ਕਰੋ ਦੋ ਜੋਰ ਕਰ, ਸੁਨੋ ਜਗਤ ਕੇ ਰਾਏ। ਮੋਹ ਮਸਤਕ ਤਵੈ ਪਗ ਸਦਾ, ਰਹਿ ਦਾਸ ਕੇ ਪਾਏ। ਸਗਲ ਦੁਆਰ ਕਉ ਛਾੜ ਕੇ, ਗਹਿਓ ਤੁਹਾਰੋ ਦੁਆਰ। ਬਾਹਿ ਗਏ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਇ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਇ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਇ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਵੈਸਾਖ ਧੀਰਨ ਕਿਉ ਵਾਢੀਆ, ਜਿਨ੍ਹਾਂ ਪ੍ਰੇਮ ਵਿੱਚ ਹਰ ਸਾਜਨ ਪੁਰਖ ਵਿਸਾਰ ਕੈ। ਲੱਗੀ ਮਾਇਆ ਧੋ, ਵੈਸਾਖ ਧੀਰਨ ਕਿਉ ਵਾਢੀਆ, ਜਿਨ੍ਹਾਂ ਪ੍ਰੇਮ ਵਿਚੋ ਹਰ ਸਾਜਨ ਪੁਰਖ ਵਿਸਾਰ ਕੈ। ਲੱਗੀ ਮਾਇਆ ਧੋ, ਪੁੱਤਰ ਕਲਤਰ ਨਾ ਸੰਗ ਧਨਾ,
ਹਰਿ ਅਵਿਨਾਸੀਓ ਪਲਚ ਪਲਚ ਸਗਲੀ ਮੋਈ ਝੂਠਾ ਧੰਦਾ ਮੋਹ ਇਕਸ ਹਰ ਕੇ ਨਾਮ ਬਿਨ ਅੱਗੇ ਲਈਐ ਖੋਹ ਦਈਓ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰ ਨਾ ਕੋਇ ਪ੍ਰੀਤਮ ਚਰਣੀ ਜੋ ਲੱਗੇ ਤਿਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਇ ਵੈਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰਿ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਏ ਵੈਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰਿ ਸੋਏ ਵੈਸਾਖ ਧੀਰਨ ਕਿਉ ਵਾਢੀਆ ਜਿਨ੍ਹਾਂ ਪ੍ਰੇਮ ਵਿਛੋਹ ਹਰ ਸਾਜਨ ਪੁਰਖ ਵਿਸਾਰਿਕੈ ਹਰ ਸਾਜਨ ਪੁਰਖ ਵਿਸਾਰਿਕੈ ਲੱਗੀ ਮਾਇਆ ਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਅਟਲ ਦਸਾਹੀ ਪਾਤਸ਼ਾਹਾਂ ਦੀ ਜਾਗਦੀ ਜੋਤ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ ਧੰਨ ਧੰਨ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਧੰਨ ਗੁਰੂ ਕਲਗੀਧਰ ਗਰੀਬ ਨਿਵਾਜ ਜੀ ਦੀ ਚਲਾਈ ਹੋਈ ਦਮਦਮੀ ਟਕਸਾਲ ਦੇ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਸਾਹਿਬ ਜੀ ਦੇ ਯਾਦਗਾਰੀ ਅਸਥਾਨ ਗੁਰਦੁਆਰਾ ਅਕਾਲ ਦਰਬਾਰ ਗੁਰਮਤਿ ਵਿਦਿਆਲਾ ਦਮਦਮੀ ਟਕਸਾਲ ਸਦਰਵਾਲਾ ਵਿਖੇ ਸਤਿਗੁਰੂ ਜੀ ਦੀ ਅਪਾਰ ਰਹਿਮਤ ਬਖਸ਼ਿਸ਼ ਨਾਲ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਹਨ, ਜਿੱਥੇ ਅੰਮ੍ਰਿਤ ਬਾਣੀ ਦੇ ਪਰਸੋਂ ਰੋਜ਼ ਤੋਂ ਜੋ ਪ੍ਰਾਰੰਭ ਦੋ ਸ਼੍ਰੀ ਅਖੰਡ ਪਾਠ ਸਾਹਿਬ ਜੋ ਚੱਲ ਰਹੇ ਸਨ, ਅਖੰਡ ਪ੍ਰਵਾਹ ਜਿਨ੍ਹਾਂ ਦੇ ਭੋਗ ਆਪ ਸੰਗਤਾਂ ਨੇ ਸਰਵਣ ਕੀਤੇ ਹਨ, ਸੋ ਉੱਥੇ ਨਾਲ ਹੀ ਗੁਰੂ ਕੇ ਪਿਆਰਿਓ ਰੋਜ਼ਾਨਾ ਦਾ ਨਿਤਨੇਮ ਅਤੇ ਵਿਸ਼ੇਸ਼ ਕਰਕੇ ਜੋ ਇਹ ਖਾਲਸਾ ਸਾਜਨਾ ਦਿਵਸ ਵੈਸਾਖ ਦੀ ਸੰਗਰਾਂਦ ਦਾ ਦਿਹਾੜਾ ਹੈ, ਤੇ ਇਸ ਨੂੰ ਮਨਾਉਂਦਿਆਂ ਹੋਇਆ ਅੰਮ੍ਰਿਤ ਬਾਣੀ 12 ਮਾਹ ਅਤੇ ਹੋਰ ਬੇਅੰਤ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦਾ ਕੀਰਤਨ, ਸੋ ਆਪ ਸੰਗਤਾਂ ਨੇ ਇਹ ਸਾਰਾ ਹੀ ਅੰਮ੍ਰਿਤਮਈ ਜੋ ਵਰਖਾ ਹੋ ਰਹੀ ਸੀ ਅੰਮ੍ਰਿਤ ਵੇਲੇ ਤੋਂ, ਸੋ ਪਾਵਨ ਬਾਣੀ ਕੀਰਤਨ ਗਾ ਸੁਣ ਕਰਕੇ ਭਾਰੀ ਲਾਭ ਪ੍ਰਾਪਤ ਕੀਤਾ ਹੈ। ਸਤਿਗੁਰੂ ਗਰੀਬ ਨਿਵਾਜ ਜੀ ਦੇ ਪਾਵਨ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਸਤਿਗੁਰੂ ਜੀ ਦੇ ਸਫਲ ਦਰਸ਼ਨ ਕਰਦਿਆਂ ਸੋ ਬੇਅੰਤ ਲਾਭ ਪ੍ਰਾਪਤ ਕੀਤਾ। ਆਓ ਵਡਭਾਗੀਓ ਹੁਣ ਇਹ ਪਾਵਨ ਜੋ ਸੰਗਰਾਂਦ ਦੀ ਕਥਾ ਹੈ, ਮਹੀਨੇ ਦੀ ਕਥਾ ਹੈ ਵਿਸਾਖ ਦੀ, ਇਹ ਸਰਵਣ ਕਰੀਏ ਔਰ ਸੰਖੇਪ ਦੇ ਵਿੱਚ ਜੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਸਾਜਿਆ ਹੈ ਤੇ ਇਸ ਦੇ ਬਾਰੇ ਆਓ ਵਿਚਾਰ ਸਰਵਣ ਕਰੀਏ। ਸਭ ਤੋਂ ਪਹਿਲਾਂ ਦਾਸ ਸਾਰੀ ਸੰਗਤ ਨੂੰ ਆਪਣੇ ਵੱਲੋਂ ਜਥੇ ਸੰਗਤ ਵੱਲੋਂ ਖਾਲਸਾ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ। ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਗੁਰੂ ਕੇ ਪਿਆਰਿਓ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕਲਗੀਧਰ ਜੀ ਨੇ ਆਪਣੀ ਮੁਬਾਰਕ
ਕਲਮ ਦੇ ਨਾਲ ਅੰਕਿਤ ਕੀਤਾ ਹੈ ਕਿ ਸਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੇ ਹੇਮਕੁੰਟ ਸਾਹਿਬ ਦੀ ਧਰਤੀ ਤੇ ਤਪ ਕਰਦਿਆਂ ਨੂੰ ਜਿਸ ਵੇਲੇ ਹੁਕਮ ਲਾਇਆ ਕਿ ਤੁਸੀਂ ਸੰਸਾਰ ਵਿੱਚ ਜਾਓ ਔਰ ਜਾ ਕਰਕੇ ਸੋ ਪੰਥ ਨੂੰ ਪ੍ਰਚੁਰ ਕਰੋ। ਸਾਡਾ ਭਾਵੇਂ ਚਿੱਤ ਨਹੀਂ ਸੀ ਆਉਣ ਨੂੰ ਕਰਦਾ, ਪਰ ਵਾਹਿਗੁਰੂ ਜੀ ਦੇ ਹੁਕਮ ਦੇ ਅੱਗੇ ਅਸੀਂ ਸਿਰ ਝੁਕਾਇਆ ਔਰ ਬੇਨਤੀ ਕੀਤੀ, ਜਿਵੇਂ ਕਿਵੇਂ ਵਾਹਿਗੁਰੂ ਜੀ ਨੇ ਸਾਨੂੰ ਸਮਝਾ ਕਰਕੇ ਸੰਸਾਰ ਵਿੱਚ ਭੇਜਿਆ। ਤਿਸ ਸਮੇਂ ਅਸੀਂ ਭਜਨ ਕੀਤਾ, ਅਕਾਲ ਪੁਰਖ ਵਾਹਿਗੁਰੂ ਜੀ ਨੂੰ ਬੇਨਤੀ ਕੀਤੀ, ਠਾੜ ਪਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ, ਪੰਥ ਚੱਲੇ ਤਪ ਜਗਤ ਮੈਂ, ਜਬ ਤੁਮ ਕਰੋ ਸਹਾਏ। ਅਸੀਂ ਹੱਥ ਜੋੜ ਕਰਕੇ ਖੜੇ ਹੋ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਮਹਾਰਾਜ ਅਕਾਲ ਪੁਰਖ ਜੀਓ, ਆਪ ਜੀ ਹੁਕਮ ਕਰਦੇ ਹੋ, ਜਹਾਂ ਤਹਾਂ ਤੁਮ ਧਰਮ ਬਿਥਾਰੋ, ਦੁਸ਼ਟ ਦੋ ਕਿਸ਼ਨ ਪਕਰ ਪਿਛਾਰੋ। ਜਾਓ, ਜਾ ਕਰਕੇ ਤੁਸੀਂ ਧਰਮ ਦਾ ਵਿਸਥਾਰ ਕਰੋ, ਦੁਸ਼ਟਾਂ ਨੂੰ ਦੋਖੀਆਂ ਨੂੰ ਬਚਾ ਕਰ ਮਾਰ ਕਰਕੇ ਸੰਤਾਂ ਨੂੰ ਬਚਾਓ, ਧਰਮ ਦੀ ਰੱਖਿਆ ਕਰੋ। ਮਹਾਰਾਜ ਅਸੀਂ ਜਾਣ ਨੂੰ ਤਿਆਰ ਹਾਂ, ਪਰ ਸਾਡੀ ਬੇਨਤੀ ਹੈ, ਹੱਥ ਜੋੜ ਕਰਕੇ ਅਸੀਂ ਇਹ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ। ਪੰਥ ਅਸੀਂ ਸਾਜਾਂਗੇ, ਪੰਥ ਦਾ ਪ੍ਰਚਾਰ ਕਰਾਂਗੇ, ਪਰ ਗਰੀਬ ਨਵਾਜ਼ ਇਹ ਪੰਥ ਤਾਂ ਹੀ ਚੱਲੇਗਾ ਜੇਕਰ ਆਪ ਜੀ ਸਹਾਈ ਹੋ, ਆਪ ਜੀ ਇਹ ਪੰਥ ਦੀ ਸਹਾਇਤਾ ਕਰੋ। ਤਾਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕੀਤੀ, ਪ੍ਰਸੰਨ ਹੋ ਕਰਕੇ ਇਹ ਖਾਲਸਾ ਸਾਜਣ ਦਾ ਹੁਕਮ ਕੀਤਾ। ਧੰਨ ਗੁਰੂ ਗਰੀਬ ਨਵਾਜ਼ ਜੀ ਨੇ ਉਸ ਵੇਲੇ ਵਚਨ ਕਹੇ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਖਾਲਸਾ ਪੁਰਖ ਜੋ ਹੈ ਇਹ ਅਕਾਲ ਪੁਰਖ ਵਾਹਿਗੁਰੂ ਦੀ ਫੌਜ ਹੈ। ਦੁਸ਼ਟਾਂ ਨੂੰ ਮਾਰਨ ਵਾਸਤੇ, ਵੈਰੀਆਂ ਨੂੰ ਸੰਘਾਰਨ ਵਾਸਤੇ, ਮਜ਼ਲੂਮਾਂ ਦੀ ਰੱਖਿਆ ਕਰਨ ਵਾਸਤੇ, ਧਰਮ ਦੀ ਰੱਖਿਆ ਕਰਨ ਵਾਸਤੇ ਇਹ ਸਾਜਨਾ ਕੀਤੀ ਹੈ। ਸੋ ਹੋਰ ਅਸੀਂ ਕੋਈ ਆਪਣਾ ਨਾਮ ਜਪਾਉਣ ਨੂੰ ਜਾਂ ਕਿਸੇ ਪ੍ਰਕਾਰ ਦਾ ਹੋਰ ਕੋਈ ਮਕਸਦ ਨਹੀਂ। ਸੋ ਇਸ ਤਰ੍ਹਾਂ ਧੰਨ ਗੁਰੂ ਗਰੀਬ ਨਵਾਜ਼ ਜੀ ਨੇ ਖਾਲਸਾ ਸਾਜਿਆ। 1756 ਬਿਕਰਮੀ ਸੰਮਤ ਅਨੁਸਾਰ ਗੁਰੂ ਕੇ ਪਿਆਰਿਓ 30 ਮਾਰਚ 1699 ਵਿਸਾਖੀ ਵਾਲੇ ਦਿਨ ਸਤਿਗੁਰੂ ਗਰੀਬ ਨਵਾਜ਼ ਜੀ ਨੇ ਪਹਿਲਾਂ ਸਾਰੀ ਸੰਗਤ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੁਕਮਨਾਮੇ ਭੇਜ ਕਰਕੇ ਇਕੱਤਰ ਕੀਤਾ ਔਰ ਵਿਸਾਖੀ ਵਾਲੇ ਦਿਨ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਆਪਣੇ ਮਹਿਲਾਂ ਤੋਂ, ਜਿੱਥੇ ਗੁਰੂ ਕੇ ਮਹਿਲ ਹਨ, ਇੱਥੋਂ ਸਤਿਗੁਰੂ ਜੀ ਆਪਣਾ ਨਿਤਨੇਮ ਕਰਕੇ ਸੋ ਤਿਆਰ ਹੋ ਕੇ ਸੱਚੇ ਪਾਤਸ਼ਾਹ ਜੀ ਨੇ ਸ਼ਸਤਰ ਵਸਤਰ ਪਹਿਨ ਕਰਕੇ ਘੋੜੇ ਤੇ ਸਵਾਰ ਹੋ ਕੇ ਸੰਗਤਾਂ ਸਮੇਤ ਸਤਿਗੁਰੂ ਜੀ ਇਸ ਸਥਾਨ ਤੇ ਪਹੁੰਚੇ ਜਿੱਥੇ ਅੱਜ ਕੱਲ ਸੋ ਸਿੱਖਾਂ ਦਾ ਤੀਸਰਾ ਇਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਹੈ। ਇੱਥੇ ਪਹਿਲਾਂ ਹੀ ਤੰਬੂ ਲੱਗਾ ਹੋਇਆ ਸੀ ਔਰ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਨ। ਸੋ ਸਟੇਜ ਸਜੀ ਹੋਈ ਸੀ, ਦੀਵਾਨ ਲੱਗੇ ਹੋਏ ਸਨ। ਸਤਿਗੁਰੂ ਗਰੀਬ ਨਵਾਜ਼ ਜੀ ਦੇ ਆਉਣ ਤੋਂ ਗੁਰੂ ਕੇ ਪਿਆਰਿਓ ਰਾਗੀ ਸਿੰਘਾਂ ਨੇ ਆਸਾ ਜੀ ਦੀ ਵਾਰ ਦਾ ਭੋਗ ਪਾਇਆ। ਧੰਨ ਗੁਰੂ ਕਲਗੀਧਰ ਜੀ ਨੇ ਭਰੇ ਦੀਵਾਨ ਦੇ ਵਿੱਚ ਸੋ ਨੰਗੀ ਤਲਵਾਰ ਖਿੱਚ ਕਰਕੇ ਹਵਾ ਦੇ ਵਿੱਚ ਲਹਿਰਾ ਕਰਕੇ ਔਰ ਸ਼ੇਰ ਦੀ ਗਰਜ ਨਾਲ ਧੰਨ ਗੁਰੂ ਗਰੀਬ ਨਵਾਜ਼ ਜੀ ਨੇ ਉੱਚੀ ਆਵਾਜ਼ ਦੇ ਨਾਲ ਬਚਨ ਕੀਤਾ, ਹੈ ਕੋਈ ਸਿੱਖ ਬੇਟਾ ਕਰੇ ਸੀਸ ਭੇਟਾ। ਤੀਜੇ ਬਚਨ ਦੇ ਨਾਲ ਲਾਹੌਰ ਦੇ ਨਿਵਾਸੀ ਭਾਈ ਦਇਆ ਰਾਮ ਜੀ ਜੋ ਖੱਤਰੀ ਵੰਸ਼ ਵਿੱਚੋਂ ਸਨ, ਸਤਿਗੁਰੂ ਗਰੀਬ ਨਵਾਜ਼ ਜੀ ਨੂੰ ਆ ਕਰਕੇ ਬੇਨਤੀ ਕੀਤੀ, ਮਹਾਰਾਜ ਮੈਨੂੰ ਖਿਮਾ ਕਰਨੀ, ਮੈਂ ਆਪ ਜੀ ਦੇ ਤੀਜੇ ਬਚਨ ਨੂੰ ਮੰਨਿਆ। ਪਹਿਲੇ ਬਚਨ ਨਾਲ ਮੈਨੂੰ ਆਪ ਜੀ ਦੇ ਹਾਜ਼ਰ ਹੋ ਜਾਣਾ ਚਾਹੀਦਾ ਸੀ।
ਕਿਉਂਕਿ ਆਪ ਜੀ ਦਾ ਸੀਸ ਹੈ ਔਰ ਮੈਂ ਭੇਟਾ ਕਰਨ ਲੱਗਿਆ ਦੇਰੀ ਕੀਤੀ। ਸਤਿਗੁਰੂ ਜੀ ਨੇ ਪੁੱਛਿਆ ਕਿ ਕੋਈ ਤੈਨੂੰ ਘਰ ਵਿੱਚ ਦੁੱਖ ਤਕਲੀਫ ਹੈ, ਕਿਉਂ ਤੂੰ ਸਿਰ ਦੇਣਾ ਚਾਹੁੰਦਾ, ਜਾਂ ਕੋਈ ਧਨ ਆਦਿਕ ਦੀ ਤੰਗੀ ਹੈ ਕਿ ਸਰੀਰ ਨੂੰ ਕੋਈ ਰੋਗ ਤਾਂ ਨਹੀਂ। ਕਈ ਵਾਰੀ ਏਦਾਂ ਹੁੰਦਾ, ਕੋਈ ਕਹਿੰਦਾ ਕਿ ਚਲੋ ਇਸ ਗੱਲ ਤੋਂ ਪਰੇਸ਼ਾਨ ਆ ਤਾਂ ਆਪਾਂ ਸਿਰ ਹੀ ਲਾਉਣਾ, ਸੋ ਇਸ ਪ੍ਰਕਾਰ ਕਰ ਦਈਏ। ਕਹਿਣ ਲੱਗੇ ਮਹਾਰਾਜ ਨਹੀਂ, ਆਪ ਜੀ ਦੇ ਪ੍ਰੇਮ ਨਾਲ ਇਹ ਸੀਸ ਆਪ ਜੀ ਦਾ ਹੈ। ਮੈਂ ਭੇਟਾ ਕਰਨ ਲੱਗਿਆ ਦੇਰੀ ਕੀਤੀ, ਇਸ ਜੋ ਬਾਤ ਦੀ ਮੈਂ ਖਿਮਾ ਜਾਚਨਾ ਕਰਦਾ ਹੋਇਆ ਆਪ ਜੀ ਨੂੰ ਭੇਟਾ ਕਰਦਾ। ਸਤਿਗੁਰੂ ਜੀ ਪ੍ਰਸੰਨ ਹੋਏ, ਭਾਈ ਦਇਆ ਰਾਮ ਜੀ ਨੂੰ ਬਾਂਹ ਤੋਂ ਪਕੜ ਕੇ ਤੰਬੂ ਵਿੱਚ ਲੈ ਗਏ। ਸਤਿਗੁਰੂ ਗਰੀਬ ਨਿਵਾਸ ਜੀ ਨੇ ਕਿਰਪਾਨ ਦੇ ਕੁਆਰ ਦੇ ਨਾਲ ਭਾਈ ਦਇਆ ਰਾਮ ਜੀ ਦਾ ਸੀਸ ਧੜ ਨੂੰ ਅਲੱਗ ਕੀਤਾ ਔਰ ਲਹੂ ਲਿਬੜੀ ਹੋਈ ਤਲਵਾਰ ਲੈ ਕੇ ਸਤਿਗੁਰੂ ਜੀ ਦੁਬਾਰਾ ਸਟੇਜ ਤੇ ਆਏ, ਉਹੀ ਬਚਨ ਦੁਹਰਾਏ। ਇਸੇ ਤਰ੍ਹਾਂ ਤੀਜੇ ਬਚਨ ਤੋਂ ਭਾਈ ਧਰਮਦਾਸ ਜੀ ਨੇ ਆ ਕੇ ਸੀਸ ਭੇਟਾ ਕੀਤਾ। ਫਿਰ ਦੁਬਾਰਾ ਸਤਿਗੁਰੂ ਜੀ ਆਏ, ਭਾਈ ਹਿੰਮਤ ਰਾਏ ਜੀ ਨੇ ਸੀਸ ਭੇਟਾ ਕੀਤਾ। ਸਤਿਗੁਰੂ ਜੀ ਨੇ ਚੌਥੀ ਵਾਰ ਸੀਸ ਦੀ ਮੰਗ ਕੀਤੀ। ਭਾਈ ਮੋਹਕਮ ਚੰਦ ਜੀ ਨੇ ਸਤਿਗੁਰੂ ਜੀ ਨੂੰ ਸੀਸ ਭੇਟਾ ਕੀਤਾ। ਪੰਜਵੀਂ ਵਾਰ ਸੀਸ ਦੀ ਮੰਗ ਕਰਨ ਤੋਂ ਗੁਰੂ ਕੇ ਪਿਆਰਿਓ ਸਾਹਿਬ ਚੰਦ ਜੀ ਨੇ ਸਤਿਗੁਰੂ ਜੀ ਨੂੰ ਸੀਸ ਭੇਟਾ ਕੀਤਾ। ਗਰੀਬ ਨਿਵਾਸ ਜੀ ਨੇ ਪੰਜਾਂ ਸਿੱਖਾਂ ਦੇ ਸਿਰ ਧੜ ਨਾਲੋਂ ਅਲੱਗ ਕਰ ਦਿੱਤੇ ਔਰ ਆਪਣੀ ਆਤਮਿਕ ਸ਼ਕਤੀ ਦੇ ਨਾਲ ਦੁਬਾਰਾ ਸੁਰਜੀਤ ਕਰਕੇ ਇੱਕ ਦਾ ਧੜ ਦੂਜੇ ਨੂੰ ਲਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰੂ ਕੇ ਪਿਆਰਿਓ ਪੰਜਾਂ ਸਿੰਘਾਂ ਨੂੰ, ਇਹ ਪੰਜਾਂ ਸਿੱਖਾਂ ਨੂੰ ਸੁਰਜੀਤ ਕਰਕੇ ਨਵੇਂ ਬਸਤਰ ਪਹਿਨਾਏ ਅਤੇ ਲੋਹੇ ਦੇ ਬਾਟੇ ਦੇ ਵਿੱਚ ਸਤਲੁਜ ਦਾ ਪਵਿੱਤਰ ਜਲ ਪਾ ਕੇ ਪੁਣ ਕੇ ਪਾਇਆ ਔਰ ਆਪਣਾ ਜੋ ਖੰਡਾ ਸੀ ਦੁਤਾਰਾ ਸੱਜੇ ਹੱਥ ਨਾਲ ਫੇਰਦੇ ਹੋਏ ਖੱਬੇ ਹੱਥ ਵਿੱਚ ਗਾਤਰੇ ਵਾਲੀ ਵੱਡੀ ਕਿਰਪਾਨ ਸਤਿਗੁਰੂ ਜੀ ਨੇ ਪਕੜੀ। ਵੀਰ ਆਸਣ ਦੇ ਨਾਲ ਸਤਿਗੁਰੂ ਗਰੀਬ ਨਿਵਾਸ ਜੀ ਨੇ ਬੈਠ ਕਰਕੇ ਔਰ ਇਹ ਪੰਜ ਬਾਣੀਆਂ ਦੇ ਪਾਠ ਕੀਤੇ। ਪਹਿਲੀ ਬਾਣੀ ਜਪਜੀ ਸਾਹਿਬ, ਇਹ ਜਪ ਬਾਣੀ ਜੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਚਾਰੀ ਹੋਈ ਹੈ ਅਤੇ ਗੁਰੂ ਕੇ ਪਿਆਰਿਓ ਇਸ ਬਾਣੀ ਨੂੰ ਮਾਲਾ ਮੰਤਰ ਵੀ ਕਿਹਾ ਜਾਂਦਾ ਹੈ। ਜਿਵੇਂ ਸੋ ਵਾਹਿਗੁਰੂ ਗੁਰਮੰਤਰ ਹੈ ਔਰ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਪੀ ਸੱਚ ਤੱਕ ਇਹ ਮੂਲ ਮੰਤਰ ਹੈ ਔਰ ਮਾਲਾ ਮੰਤਰ ਜਪਜੀ ਸਾਹਿਬ ਬਾਣੀ ਹੈ। ਜਪ ਬਾਣੀ, ਜਪ ਬਾਣੀ ਦਾ ਸਤਿਗੁਰੂ ਜੀ ਨੇ ਪਾਠ ਕੀਤਾ। ਫਿਰ ਜਾਪ ਬਾਣੀ ਸਤਿਗੁਰੂ ਜੀ ਨੇ ਪੜ੍ਹੀ ਔਰ ਤੀਜੇ ਨੰਬਰ ਤੇ ਸਵਈਏ ਸਰਾਵਗ ਸੁਧ ਸਮੂਹ ਸਿਧਾਨ ਕੇ ਇਹ ਅਕਾਲ ਉਸਤਤ ਵਿੱਚ ਸਤਿਗੁਰੂ ਜੀ ਨੇ ਉਚਾਰਿਆ। ਇਹਨੂੰ ਸੁਦਾ ਸਵਈਏ ਜਾਂ ਅੰਮ੍ਰਿਤ ਸਵਈਏ ਵੀ ਕਹਿੰਦੇ ਹਾਂ। ਔਰ ਚੌਥੀ ਬਾਣੀ ਚੌਪਈ ਸਾਹਿਬ ਦਾ ਸਤਿਗੁਰੂ ਜੀ ਨੇ ਉਚਾਰਨ ਕੀਤਾ, ਜੋ ਗਰੀਬ ਨਿਵਾਸ ਜੀ ਨੇ ਦਸਮ ਗ੍ਰੰਥ ਦੇ ਵਿੱਚ ਚਰਿਤਰੋਪਖਿਆਨ ਦੇ ਅਖੀਰ ਲਿਖੀ ਹੈ। ਬਿਪੌਰ ਸਾਹਿਬ ਸਤਿਗੁਰੂ ਗਰੀਬ ਨਿਵਾਸ ਜੀ ਨੇ 13 ਮਹੀਨੇ ਇਕਾਂਤ ਰਹਿ ਕਰਕੇ ਇਹ ਪਾਵਨ ਬਾਣੀ ਉਚਾਰੀ। ਸੋ ਇਸ ਪ੍ਰਕਾਰ ਚੌਥੀ ਬਾਣੀ ਚੌਪਈ ਸਾਹਿਬ ਔਰ ਪੰਜਵੀਂ ਬਾਣੀ ਗੁਰੂ ਕੇ ਪਿਆਰਿਓ ਆਨੰਦ ਸਾਹਿਬ ਤੀਜੇ ਪਾਤਸ਼ਾਹ ਜੀ ਦੀ ਉਚਾਰੀ ਹੋਈ ਇਹ ਬਾਣੀ। ਇਸ ਤਰ੍ਹਾਂ ਚੌਪਈ ਸਾਹਿਬ ਸੰਪੂਰਨ, ਆਨੰਦ ਸਾਹਿਬ ਸੰਪੂਰਨ, ਇਹ ਪੰਜ ਬਾਣੀਆਂ ਦੇ ਸਤਿਗੁਰੂ ਜੀ ਨੇ ਪਾਠ ਕੀਤੇ। ਪਾਠ ਕਰਦੇ ਸਮੇਂ ਸੋ ਮਾਤਾ ਅਜੀਤ ਕੌਰ ਜੀ ਨੇ ਗੁਰੂ ਕੇ ਪਿਆਰਿਓ ਲਿਆ ਕਰਕੇ ਵਿੱਚ ਜਲ ਦੇ ਵਿੱਚ ਪਤਾਸੇ ਪਾਏ। ਸੋ ਉਹ ਪਤਾਸੇ ਸਤਿਗੁਰੂ ਜੀ ਦੇ ਖੰਡੇ ਦੇ ਨਾਲ ਘੁਲ ਕਰਕੇ ਉਹ ਜਲ ਦਾ ਰੂਪ ਹੋ ਗਏ ਅਤੇ ਗੁਰੂ ਕੇ ਪਿਆਰਿਓ ਇਸ ਤਰ੍ਹਾਂ ਅੰਮ੍ਰਿਤ ਤਿਆਰ ਹੋਇਆ। ਧੰਨ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਉਹ ਪੰਜ ਚੂਲੇ ਪਹਿਲੇ ਸਿੱਖ ਦੇ ਮੁਖ ਦੇ ਵਿੱਚ ਪਾਏ ਔਰ ਕਹਿਣਾ ਕੀਤਾ, ਹਰੇਕ ਚੂਲੇ ਦੇ ਨਾਲ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਪੰਜ ਚੂਲੇ ਮੁਖ ਦੇ ਵਿੱਚ ਪਾਏ, ਪੰਜ ਨੇਤਰਾਂ ਦੇ ਵਿੱਚ
ਅਤੇ 5 ਕੇਸਾਂ ਦੇ ਵਿੱਚ ਸਤਿਗੁਰੂ ਗਰੀਬ ਨਿਵਾਸ ਜੀ ਨੇ ਪਾ ਕਰਕੇ ਅੰਮ੍ਰਿਤ ਤਿਆਰ ਕੀਤਾ, ਅੰਮ੍ਰਿਤ ਛਕਾਉਣਾ ਕੀਤਾ। 5 ਸਿੱਖਾਂ ਨੂੰ ਅੰਮ੍ਰਿਤ ਛਕਾ ਕੇ 5 ਸਿੰਘ ਸਜਾ ਦਿੱਤੇ ਔਰ ਨਾਮ ਰੱਖਿਆ ਦਇਆ ਰਾਮ ਤੋਂ ਦਇਆ ਸਿੰਘ, ਧਰਮਦਾਸ ਤੋਂ ਧਰਮ ਸਿੰਘ, ਭਾਈ ਹਿੰਮਤ ਰਾਏ ਤੋਂ ਭਾਈ ਹਿੰਮਤ ਸਿੰਘ, ਸੋ ਮੋਹਕਮ ਚੰਦ ਤੋਂ ਭਾਈ ਮੋਹਕਮ ਸਿੰਘ, ਇਸੇ ਤਰ੍ਹਾਂ ਸਾਹਿਬ ਚੰਦ ਤੋਂ ਭਾਈ ਸਾਹਿਬ ਸਿੰਘ। ਔਰ ਬਚਨ ਲਾਇਆ ਇੱਕ ਸ਼ਬਦ ਸਤਿਗੁਰੂ ਜੀ ਨੇ ਆਪਣਾ ਪ੍ਰੇਮ ਦੇ ਨਾਲ ਬਖਸ਼ਿਸ਼ ਕੀਤਾ, ਪਿਆਰਾ। ਇਹ ਸਾਡੇ ਪਿਆਰੇ ਹਨ। ਔਰ ਪਿਆਰੇ ਦਇਆ ਰਾਮ ਸਿੰਘ, ਪਿਆਰੇ ਧਰਮ ਸਿੰਘ, ਪਿਆਰੇ ਹਿੰਮਤ ਸਿੰਘ, ਪਿਆਰੇ ਮੋਹਕਮ ਸਿੰਘ, ਪਿਆਰੇ ਸਾਹਿਬ ਸਿੰਘ, ਇਹ 5 ਸਾਡੇ ਪਿਆਰੇ ਹਨ। ਜਿਹੜੇ ਵੀ ਗੁਰੂ ਕੇ ਪਿਆਰੇ ਹੋ, ਜਿੱਥੇ ਵੀ, ਜੋ ਸਾਰੇ ਪਹਿਲਾਂ ਗੁਰੂ ਘਰ ਦੇ ਵਿੱਚ ਜੋ ਦੇਗ ਵਰਤੇਗੀ, ਪ੍ਰਸ਼ਾਦ ਵਰਤੇਗਾ, ਵਰਤਾਰਾ ਆਨੰਦ ਦਾ ਵਰਤੇਗਾ, ਪਹਿਲਾਂ 5 ਨੂੰ ਛਕਾ ਕਰਕੇ ਫਿਰ ਬਾਕੀ ਸੰਗਤ ਨੂੰ ਵਰਤਾਇਆ ਜਾਏਗਾ। ਸੋ ਇਸ ਪ੍ਰਕਾਰ ਜਿਹੜੇ ਇਹਨਾਂ 5 ਦੀ ਸੇਵਾ ਕਰਨਗੇ ਉਹ ਸਾਡੀ ਸੇਵਾ ਹੋਵੇਗੀ। ਧੰਨ ਗੁਰੂ ਗਰੀਬ ਨਿਵਾਸ ਜੀ ਨੇ ਇਸ ਤਰ੍ਹਾਂ ਬਚਨ ਕੀਤੇ ਗੁਰੂ ਪਿਆਰਿਓ। ਔਰ ਇਹ ਵੀ ਬਚਨ ਕੀਤਾ, ਅੱਜ ਤੋਂ ਅੱਗੇ 5 ਜਿਹਨੇ ਸਾਨੂੰ ਗੁਰੂ ਧਾਰਨ ਕਰਨਾ, ਪਹਿਲਾਂ ਉਹ ਖੰਡੇ ਬਾਟੇ ਦੀ ਪਹੁਲ ਛਕੇਗਾ, ਫਿਰ ਉਹ ਸਾਨੂੰ ਗੁਰੂ ਮੰਨੇਗਾ। ਸੋ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕਰਕੇ ਇਹ ਚਰਨ ਪਹੁਲ ਸੀ, ਸਤਿਗੁਰੂ ਗਰੀਬ ਨਿਵਾਸ ਆਪਣੇ ਸੱਜੇ ਚਰਨ ਨੂੰ ਧੋ ਕਰਕੇ ਸ਼ਵਛ ਜਾਲਲ ਬਾਟੇ ਵਿੱਚ ਪਾਉਂਦੇ ਔਰ ਉਸ ਨੂੰ ਆਪਣਾ ਸੱਜਾ ਗੁਰੂ ਕੇ ਪਿਆਰਿਓ ਅੰਗੂਠਾ ਛੁਆ ਦਿੰਦੇ, ਉਹ ਸਿੱਖ ਨੂੰ ਛਕਾਇਆ ਜਾਂਦਾ। ਇਸ ਤਰ੍ਹਾਂ ਇਹ ਚਰਨ ਪਹੁਲ ਛਕ ਕਰਕੇ ਗੁਰੂ ਕਾ ਸਿੱਖ ਬਣਦਾ। ਪਰ ਸਤਿਗੁਰੂ ਜੀ ਨੇ ਇਹ ਚਰਨ ਪਹੁਲ ਨੂੰ ਮਿਟਾ ਕਰਕੇ ਬਦਲ ਕਰਕੇ ਖੰਡੇ ਕੀ ਪਹੁਲ ਛਕਾਉਣ ਦਾ ਹੁਕਮ ਕਰ ਦਿੱਤਾ, ਛਕਣ ਦਾ ਹੁਕਮ ਕਰ ਦਿੱਤਾ ਕਿ ਜਿਸ ਨੇ ਸਾਨੂੰ ਸਿੱਖ ਗੁਰੂ ਧਾਰਨ ਕਰਨਾ, ਸਾਡਾ ਸਿੱਖ ਸੱਜਣਾ, ਉਹ ਰਹਿਤ ਰੱਖੇ। ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਗੁਰੂ ਕੇ ਪਿਆਰਿਓ, ਰਹਿਤ ਦੇ ਵਿੱਚ ਜਿਹੜਾ ਤਿਆਰ ਬਰ ਤਰ੍ਹਾਂ ਤਿਆਰ ਰਹੇਗਾ ਉਹੀ ਸਾਡਾ ਸਿੱਖ ਹੈ। ਤੇ ਉਹ ਸਾਡਾ ਸਿੱਖ ਹੀ ਨਹੀਂ ਇਕੱਲਾ, ਉਹ ਸਾਡਾ ਮਾਲਕ ਹੈ। ਅਸੀਂ ਉਹਦੇ ਚੇਲੇ ਹੋਵਾਂਗੇ, ਉਹ ਸਾਡਾ ਠਾਕੁਰ ਹੈ। ਰਹਿਤ ਬਿਨਾ ਨਹਿ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ। ਸਤਿਗੁਰੂ ਜੀ ਨੇ ਬਚਨ ਕੀਤੇ, ਰਹਿਤ ਨਹੀਂ ਰੱਖਦੇ, ਸਿੱਖ ਕਹਾਉਂਦੇ ਆ, ਤੇ ਉਹ ਗੁਰੂ ਕੇ ਪਿਆਰਿਓ ਜਮਾਂ ਦੀਆਂ ਚੋਟਾਂ ਤੋਂ ਨਹੀਂ ਬਚ ਸਕਣਗੇ। ਇਸ ਕਰਕੇ ਪ੍ਰਥਮ ਰਹਿਤ ਯਹ ਜਾਨ, ਖੰਡੇ ਕੀ ਪਾਹੁਲ ਛਕੈ, ਸੋਈ ਸਿੰਘ ਪ੍ਰਧਾਨ, ਜੋ ਅਵਰ ਪਾਹੁਲ ਨਾ ਲਏ। ਸਭ ਤੋਂ ਪਹਿਲੀ ਰਹਿਤ ਇਹ ਹੈ ਕਿ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ। ਉਹੀ ਸਿੰਘ ਪ੍ਰਧਾਨ ਹੈ ਜਿਹੜਾ ਜਿਹਨੇ ਅੰਮ੍ਰਿਤ ਛਕਿਆ ਹੈ, ਖੰਡੇ ਬਾਟੇ ਦੀ ਪਾਹੁਲ ਛਕੀ ਹੈ। 5 ਪਿਆਰਿਆਂ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਉਹ ਕਿਸੇ ਹੋਰ ਦੀ ਚਰਨ ਧੋ ਕੇ ਨਾ ਪੀਂਦਾ ਫਿਰੇ। ਜਾਂ ਅੱਜ ਕਈ ਵਾਰੀ ਵੇਖੀਦਾ ਸੰਗਤਾਂ ਗੁਰੂ ਕੇ ਪਿਆਰਿਓ ਜੋ ਚਰਨ ਗੰਗਾ ਚੋਂ ਜੋ ਪੈਰ ਜੋ ਜਲ ਜਿਹੜੇ ਆ ਨਾ ਚੂਲੇ ਲੈਂਦੇ ਆ। ਜਿਹਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਉਹਨੇ ਹੋਰ ਕੁਝ ਨਹੀਂ ਛਕਣਾ, ਕਿਸੇ ਦੀ ਚਰਨ ਧੋ ਕੇ ਨਹੀਂ ਪੀਣੇ ਉਹਨੇ। ਹਾਂ, ਨਿਮਰਤਾ ਰੱਖਣੀ ਹੈ ਗੁਰੂ ਪਿਆਰਿਓ, ਇਹ ਖਿਆਲ ਰੱਖਣਾ, ਹੰਕਾਰ ਨਹੀਂ ਕਰਨਾ। ਪਰ ਕਿਸੇ ਹੋਰ ਪਖੰਡੀ ਦੇ ਪੈਰ ਧੋ ਕੇ ਖਰੋੜੇ ਧੋ ਕਰਕੇ ਜਾਂ ਸੋ ਕਈ ਇਹੋ ਜਿਹੇ ਵੀ ਭੈੜੇ ਮੱਤ ਵਾਲੇ ਆਪਣੇ ਕਸ਼ਹਿਰੇ ਧੋ ਪਾਉਂਦੇ ਆ। ਇਸ ਤਰ੍ਹਾਂ ਦੀ ਮਨਮਤ ਨਹੀਂ ਕਰਨੀ। ਸੋ ਜਿਹਨੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ, ਸਤਿਗੁਰੂ ਜੀ ਤੇ ਨਿਸ਼ਚਾ ਰੱਖ ਕਰਕੇ ਧੰਨ ਗੁਰੂ ਗਰੀਬ ਨਿਵਾਸ ਜੀ ਦੇ ਚਰਨਾਂ 'ਚ ਹੀ ਅਰਦਾਸ ਕਰਨੀ, ਮਹਾਰਾਜ ਇਹ ਸਿੱਖੀ ਕੇਸਾਂ ਸਵਾਸਾਂ ਸੰਗ ਨਿਭੇ। ਗੁਰੂ ਕੇ ਪਿਆਰਿਓ, ਧੰਨ ਗੁਰੂ ਕਲਗੀਧਰ ਗਰੀਬ ਨਿਵਾਸ ਜੀ ਨੇ ਬਚਨ ਕੀਤਾ। ਸੋ ਪੁਨ ਜਿਹਨੇ ਸਾਨੂੰ ਸਾਡੀ ਸੇਵਾ ਕਰਨੀ, ਉਹ 5 ਸਿੱਖਾਂ ਦੀ ਸੇਵਾ ਕਰੇ। ਇਹ 5 ਸਿੱਖ ਸਾਡਾ ਰੂਪ ਹੀ ਜਾਣੋ।
ਪੰਚ ਸਿੰਘ ਰਹਿਤ ਬਹਿਤ ਸੰਗ, ਜਹ ਪੰਚੋ ਮਿਲੇ, ਬਾਮ ਸਰੂਪ ਦੇਖੋ ਤਹ ਭਲੇ। ਪੁਨ ਪੰਚੋ ਜੋ ਅੰਮ੍ਰਿਤ ਦੇਵੈ, ਸੋ ਸੀਸ ਧਾਰ ਤਿਸਕੋ ਛਕ ਲੇਵੈ। ਪੁਨ ਮਿਲ ਪੰਚੋ ਰਹਿਤ ਜੋ ਭਾਖੈ, ਤਾ ਕੋ ਦ੍ਰਿੜ ਕਰ ਮਨ ਮਹਿ ਰਾਖੈ। ਇਸ ਤਰ੍ਹਾਂ ਸਤਿਗੁਰੂ ਗਰੀਬ ਨਿਵਾਸ ਜੀ ਨੇ ਰਹਿਤਾਂ ਦ੍ਰਿੜ ਕਰਾਈਆਂ। ਪੰਜਾਂ ਕਕਾਰਾਂ ਦੀ ਰਹਿਤ ਰੱਖਣੀ ਹੈ। ਕੇਸ, ਕੰਘਾ, ਕਿਰਪਾਨ, ਕੜਾ, ਕਛਹਿਰਾ, ਇਹ ਪੰਜ ਕਕਾਰ, ਇਹਨਾਂ ਦੀ ਰਹਿਤ ਵਿੱਚ ਤਿਆਰ ਬਰ ਤਿਆਰ ਰਹਿਣਾ। ਔਰ ਕਰਤਾਂ ਜੋ ਇਹਨਾਂ ਨੂੰ ਕਦੀ ਵੀ ਸਿੱਖ ਨੇ ਨਹੀਂ ਕਰਨਾ। ਜਿਹੜਾ ਵੀ ਕੋਈ ਸੋ ਗੁਰੂ ਕੀ ਆਗਿਆ ਨੂੰ ਭੁੱਲ ਕੇ ਇਹ ਕੁਰੈਤ ਕਰ ਲੈਂਦਾ, ਉਹ ਸਿੱਖੀ ਤੋਂ ਪਤਿਤ ਹੋ ਜਾਂਦਾ ਹੈ। ਕੁਰੈਤਾਂ ਚਾਰ ਮੁੱਖ ਹਨ। ਸੋ ਹੁੱਕਾ, ਹਜਾਮਤ, ਹਲਾਲੋ, ਹਰਾਮ, ਇਹਨਾਂ ਤੋਂ ਬਚ ਕੇ ਰਹਿਣਾ। ਸ਼ਰਾਬ, ਕਿਸੇ ਪ੍ਰਕਾਰ ਦਾ ਕੋਈ ਨਸ਼ਾ ਨਹੀਂ ਵਰਤਣਾ। ਹੁੱਕਾ, ਤੰਬਾਕੂ ਦੀ ਵਰਤੋਂ ਕਿਸੇ ਵੀ ਰੂਪ ਵਿੱਚ ਸਿੱਖ ਨੇ ਨਹੀਂ ਕਰਨੀ। ਹਜਾਮਤ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਕੇਸਾਂ ਦੀ ਬੇਅਦਬੀ ਨਹੀਂ ਕਰਨੀ। ਕਿਸੇ ਵੀ ਰੂਪ ਵਿੱਚ ਕੇਸਾਂ ਨੂੰ ਜੋ ਮੁੰਨਣਾ, ਸੋ ਇਸੇ ਤਰ੍ਹਾਂ ਗਾਲਣਾ, ਦਵਾਈ ਲਾ ਕੇ ਜਾਂ ਪੁੱਟਣਾ, ਕਿਸੇ ਪ੍ਰਕਾਰ ਵੀ ਇਹ ਕੇਸਾਂ ਦੀ ਬੇਅਦਬੀ ਨਹੀਂ ਕਰਨੀ। ਜਿਹੜਾ ਕਰਦਾ ਉਹ ਪਤਿਤ ਹੋ ਜਾਂਦਾ ਹੈ। ਇਹ ਹਜਾਮਤ ਦੂਜੀ ਕਰੈਤ ਹੈ। ਔਰ ਤੀਜਾ ਹਲਾਲ, ਮੁਸਲਮਾਨੀ ਜੋ ਕਲਮਾ ਪੜਿਆ ਹੋਇਆ ਗੁਰੂ ਕੇ ਪਿਆਰਿਓ, ਸੋ ਮਾਸ ਵਰਤਣਾ। ਮਾਸ ਦੀ ਵਰਤੋਂ ਧੰਨ ਗੁਰੂ ਗਰੀਬ ਨਿਵਾਸ ਜੀ ਨੇ ਅੰਮ੍ਰਿਤ ਬਾਣੀ ਵਿੱਚ ਸਾਰੇ ਥਾਂ ਮਨਾ ਕੀਤੀ ਹੈ। ਹਾਂ, ਇੱਕ ਮਾਸ ਵਰਤਣ ਵਾਸਤੇ ਕਿਹਾ, ਭਉ ਮਾਸ ਆਹਾਰ, ਪਰਮੇਸ਼ਰ ਦਾ ਭੈ ਧਾਰ ਕੇ ਰੱਖਣਾ। ਇਹ ਮਾਸ ਦਾ ਆਹਾਰ ਛਕੋ ਭਾਈ, ਪਰਮੇਸ਼ਰ ਨੂੰ ਸਦ ਹਾਜ਼ਰ ਨਾਜ਼ਰ ਜਾਣੋ। ਔਰ ਹਰਾਮ, ਜੋ ਸਿੰਘ ਨੇ ਆਪਣੀ ਸਿੰਘਣੀ ਦੇ ਜਤ ਸਤ ਵਿੱਚ ਕਾਇਮ ਰਹਿਣਾ, ਔਰ ਸਿੰਘਣੀ ਨੇ ਆਪਣੇ ਸਿੰਘ ਤੋਂ ਬਿਨਾਂ ਬਾਕੀ ਸਾਰਿਆਂ ਨੂੰ, ਵੱਡਿਆਂ ਨੂੰ ਪਿਤਾ ਸਮਾਨ ਜਾਣ ਕੇ ਸਤਿਕਾਰ ਕਰਨਾ, ਬਰਾਬਰਦਿਆਂ ਨੂੰ ਭਰਾ ਤੇ ਛੋਟਿਆਂ ਨੂੰ ਬੱਚੇ। ਇਸੇ ਤਰ੍ਹਾਂ ਸਿੰਘ ਨੇ ਆਪਣੀ ਇੱਕ ਸਿੰਘਣੀ ਤੋਂ ਬਿਨਾਂ ਜੋ ਉਮਰ ਵਿੱਚ ਵੱਡੀਆਂ, ਉਹਨਾਂ ਨੂੰ ਮਤਾਵਾਂ ਜਾਣਨਾ, ਸਤਿਕਾਰ ਕਰਨਾ, ਬਰਾਬਰ ਦੀਆਂ ਨੂੰ ਭੈਣਾ। ਕਿਉਂਕਿ ਗੁਰੂ ਕੇ ਪਿਆਰਿਓ, ਵੱਡਾ ਵਿਕਰਮੀ ਆਖੀਏ ਧੀ ਭੈਣੋਂ ਸੰਗੇ। ਵੱਡਾ ਕੁਕਰਮੀ ਵੀ ਹੋਵੇ, ਉਹ ਆਪਣੀ ਸਗੀ ਧੀ ਭੈਣ ਕੋਲੋਂ ਸੰਗਦਾ ਨਹੀਂ, ਕੁਕਰਮ ਸੋ ਨਹੀਂ ਭੈੜੀ ਨਿਗਾਹ ਨਾਲ ਤੱਕਦਾ। ਇਸੇ ਤਰ੍ਹਾਂ ਇੱਕ ਆਪਣੀ ਸਿੰਘਣੀ ਤੋਂ ਬਿਨਾਂ ਇਹੋ ਜਿਹਾ ਜੀਵਨ ਉੱਚਾ ਸੁੱਚਾ ਰੱਖਣਾ ਕਿ ਵੱਡੀਆਂ ਨੂੰ ਮਾਵਾਂ, ਬਰਾਬਰ ਦੀਆਂ ਨੂੰ ਭੈਣਾਂ, ਛੋਟੀਆਂ ਨੂੰ ਬੱਚੀਆਂ ਜਾਣਨਾ। ਜਿਹੜਾ ਇਸ ਸਤਿਗੁਰੂ ਜੀ ਦੀ ਮਰਿਆਦਾ ਵਿੱਚ ਫਰਕ ਪਾਉਂਦਾ, ਉਹ ਪਤਿਤ ਹੋ ਜਾਂਦਾ ਹੈ। ਔਰ ਇਹ ਚਾਰ ਬੱਜਰ ਕਰੈਤਾਂ ਕਰਨ ਵਾਲਿਆਂ ਨੂੰ, ਔਰ ਪੰਜਵਾਂ ਸ਼ਰਾਬ ਅਤੇ ਨਾਲ ਹੋਰ ਨਸ਼ੇ ਜਿਹੜੇ ਵਰਤਣ ਵਾਲਾ, ਗੁਰੂ ਕੇ ਪਿਆਰਿਓ ਕਦੀ ਵੀ ਨਹੀਂ ਵਰਤਣੇ। ਇਹ ਕਰੈਤਾਂ ਕਰਨ ਵਾਲੇ ਜੋ ਬੱਜਰ ਕਰੈਤਾਂ ਕਰਦੇ ਆ, ਉਹ ਸਿੱਖੀ ਤੋਂ ਪਤਿਤ ਹੋ ਜਾਂਦੇ। ਉਹਨਾਂ ਨੂੰ ਦੁਬਾਰਾ ਅੰਮ੍ਰਿਤ ਛਕਣਾ ਪੈਂਦਾ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕਰਕੇ। ਫਿਰ ਉਹ ਪੰਜਾਂ ਪਿਆਰਿਆਂ ਕੋਲੋਂ ਲੱਗੀ ਹੋਈ ਤਨਖਾਹ ਨੂੰ ਪੂਰੀ ਕਰਕੇ ਅਰਦਾਸ ਕਰਾ ਕੇ ਫਿਰ ਸਿੱਖੀ ਵਿੱਚ ਸ਼ਾਮਲ ਹੋ ਸਕਦੇ ਆ। ਇਸ ਪ੍ਰਕਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਸਾਜਿਆ, ਰਹਿਤਾਂ ਦਸੀਆਂ। ਔਰ ਇਹ ਰਹਿਤ ਰੱਖਣ ਵਾਲੇ ਨੂੰ ਸਤਿਗੁਰੂ ਗਰੀਬ ਨਿਵਾਸ ਜੀ ਨੇ ਬਹੁਤ ਹੀ ਸਤਿਕਾਰਿਆ। ਸਾਰਾ ਕੁਝ ਸਤਿਗੁਰੂ ਜੀ ਨੇ ਆਪਾਂ ਪਹਿਲਾਂ ਵੀ ਸਰਵਣ ਕੀਤਾ। ਮਹਾਰਾਜ ਨੇ ਕਿਹਾ, ਜੇ ਕਿਸੇ ਦਾ ਕੋਈ ਕਾਰਜ ਅੜਿਆ, ਪੰਜਾਂ ਸਿੰਘਾਂ ਨੂੰ ਦੇ ਕੋਲੋਂ ਅਰਦਾਸ ਕਰਾਓ। ਉਹਨਾਂ ਨੂੰ ਸੋ ਆਪਣੇ ਘਰ ਲਿਜਾ ਕੇ ਪ੍ਰਸ਼ਾਦਾ ਛਕਾ ਕੇ, ਦੇਗ ਬਣਵਾ ਕਰਕੇ, ਸੋ ਬਾਣੀ ਦਾ ਪਾਠ ਕਰਕੇ ਤੇ ਅਰਦਾਸ ਕਰਾਓ। ਅੜਿਆ ਹੋਇਆ ਕਾਰਜ ਨਿਕਲ ਜਾਏਗਾ, ਸਾਸ ਹੋ ਜਾਏਗਾ। ਇਸੇ ਤਰ੍ਹਾਂ ਕੋਈ ਵੀ ਅਰਦਾਸ ਕਰਾਉਣੀ ਪੰਜਾਂ ਸਿੱਖਾਂ ਦੇ ਕੋਲੋਂ ਕਰਾਓ। ਤੇ ਸਤਿਗੁਰੂ ਗਰੀਬ ਨਿਵਾਸ ਜੀ ਨੇ ਬਚਨ ਕੀਤੇ ਕਿ ਅਸੀਂ ਵਿੱਚ ਹੋ ਕਰਕੇ ਸਹਾਇਤਾ ਕਰਾਂਗੇ। ਇਸ ਪ੍ਰਕਾਰ ਬਾਹਮਣਾਂ ਨੂੰ ਦਾਨ ਜਿਹੜਾ ਦੇਣੋਂ ਸਤਿਗੁਰੂ ਜੀ ਨੇ ਵਰਜਿਤ ਕਰ ਦਿੱਤਾ ਕਿ ਸਾਡਾ ਸਿੱਖ ਜਿਹਨੇ ਸੇਵਾ ਕਰਨੀ, ਉਹ ਗੁਰੂ ਕੇ ਸਿੰਘਾਂ ਦੀ ਸੇਵਾ ਕਰੇ, ਪੰਜਾਂ ਸਿੰਘਾਂ ਦੀ ਸੇਵਾ ਕਰੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੀਆਂ ਬਖਸ਼ਾਂ ਕੀਤੀਆਂ, ਬਹੁਤ ਵਡਿਆਈ ਕੀਤੀ ਖਾਲਸੇ ਦੀ। ਸਤਿਗੁਰੂ ਗਰੀਬ ਨਿਵਾਸ ਜੀ ਨੇ ਬਚਨ ਕੀਤੇ, ਜੁਧ ਜਿੱਤੇ ਇਨਹੀ ਕੇ ਪ੍ਰਸਾਦ, ਇਨਹੀ ਕੇ ਪ੍ਰਸਾਦ ਸੋ ਦਾਨ ਕਰੇ। ਅਗ ਔਗ ਟਰੇ ਇਨਹੀ ਕੇ ਪ੍ਰਸਾਦ, ਇਨਹੀ ਕੀ ਕਿਰਪਾ ਫੁਨ ਧਾਮ ਭਰੇ। इन्हीं के प्रसाद सुविद्या लई, इन्हीं की कृपा सब सत्तर मरे। इन्हीं की कृपा के सजे हम है, नहीं मोह से गरीब करोड़ परे। सतगुरु गरीब निवास जी ने सारियां वड्याइयां खालसे नूं बख्शियां। आप ही धन गुरु गरीब निवास जी खालसे नूं साजन वाले और आप ही निवाजन वाले, आप ही धन गुरु गरीब निवास जी वड्याइयां बख्शण वाले। सतगुरु वचन कहे, सेव करी इन्हीं की भावत और की सेव सुहात ना जी को। दान दियो इन्हीं को पलो, अर आन को दान न लागत नीको। मोह ग्रह में मन ते तन ते सिर लो, सो आज्ञा फल इन्हीं को दयो। जस में जाग में जस और दियो सब फीको। मोह ग्रह में मन ते तन ते सिर लो, धन है सब ही इन्हीं को। सतगुरु सच्चे पातशाह जी ने इन्नियां वड्याइयां बख्शियां, वचन कीते, मैनू इन्हां सिखां दी सेवा करनी पाउंदी है। होर किसे दी सेवा सानू पाउंदी नहीं, साडे मन नू चंगी नहीं लगदी। साडे सिख दान देण इन्हां खालसे नू, सो इन्हां नू दान दिता अगे फलदा है। होर जे दान दुनिया च दिंदे ओ इत्थे ही जस है, अगे नहीं फलना भाई। इसे तरह धन गुरु गोबिंद सिंह महाराज जी ने यह भी वचन कह दिते, मेरे घर विच जो कुछ है, मन तो लैके तन धन सारा कुछ ही ये साडे सिखां दा, मेरे खालसे दा है। धन गुरु गरीब निवास सच्चे पातशाह जी सो गरीबां नूं नवाजण वाले सतगुरु जी ने श्री सरबलोह दे विच भी खालसे दी बेअंत उपमा कही। खालसा मेरो रूप है खास, खालसे मैं हूं करो निवास। खालसा महाराज कहण लगे, मेरा खास रूप है खास, और मैं खालसे दे विच वसदा हाँ। जिन्हें मेरे दर्शन करने, मेरे खालसे दे दर्शन करे, पंजां सिंघां दे दर्शन करे। सतगुरु जी दे चरनां च बेनती कीती, महाराज जे पंज सिंह किते तैयार बर तैयार रहत वाले ना मिलन ते सतगुरां वचन कीते चवां दे कर लो, उतों भी साडी झलक मिलेगी। कहण लगे, महाराज जी चवें भी किते ना होण, तीन भी ना होण, दो भी ना होण, महाराज कहण लगे एक दे कर लो। सच्चे पातशाह गरीब निवास कोई इहो जिहा समां होवे कि एक सिंह दे भी किसी दिन दर्शन ना होण। महाराज जी ने वचन कीते, फिर अमृत वेले उठो, इशनान पानी करके तैयार बर तैयार हो करके, सो पंज बाणियां दे गुरु के प्यारे नितनेम करके, गुरमंत्र मूल मंत्र का अभ्यास करके, सतगुरु गरीब निवास सच्चे पातशाह जी ने वचन कीते। सो दमाला सजाउणा, शीशे दे विच सानू आ तुहाडे अपने गुरु के प्यारे चेहरे दे दर्शन कर लेने, वो साडे दर्शन होणगे। इस प्रकार धन गुरु गरीब निवास जी ने वड्याइयां बख्शिश कीतियां। खालसा मेरो मुख है अंग, खालसे के हो बस्त साध संग। खालसा साडा मुख अंग है, मुख अंग। खालसे दे असीं सदा नाल वसदे हां। धन गुरु गरीब निवास जी ने वचन कीते, खालसा मेरो सज्जन परिवार, खालसा मेरो करत उधार। खालसा साडा सज्जन मित्र परिवार है, खालसा साडा उधार करन वाला है। खालसा मेरो पिंड प्राण, खालसा मेरी जान की जान। खालसा ही साडा सारे पिंड भरने प्राण, साडे प्राणां तो प्यारा खालसा सानू। पिंड शरीर ते प्राण खालसा ही है साडा। खालसा मेरी जान की जान, खालसा साडी जान दी जान है, जान तुम ही प्यारा। धन गरीब निवास जी ने वचन कीते। सो उपमा खालसे जात न कही, जेहवा एक पार नह लही। खालसे दी उपमा मुख तो पूर्ण तौर ते कही नहीं जा सकती, क्योंकि एक जुबान दे नाल खालसे दी उपमा नहीं हो सकती। शेष रसन खारदसी बुद्ध, तदप न उपमा वर्णत शुद्ध। जे हजार जुबान जो सिर है, शेष नाग दे मने ते 2000 जुबाना। गुरु के प्यारे कलगीधर जी ने वचन लिखे, सो 2000 जुबान शेष नाग वर्गी होवे। और इसे तरह
ਸ਼ਾਰਦਾ ਜੀ ਦੀ ਬੁੱਧ ਬੜੀ ਦੇਵੀ ਦੀ ਮੰਨੀ ਹੈ, ਬੁੱਧੀ ਦੀ ਦੇਵੀ ਮੰਨੀ ਹੈ। ਹਿੰਦੂ ਮਤ ਵਿੱਚ ਕਲਗੀਧਰ ਜੀ ਨੇ ਬਚਨ ਕਹੇ ਜੇ ਉਹ ਸ਼ਾਰਦਾ ਦੇਵੀ ਜੋ ਹੈ ਉਹ ਗੁਰੂ ਕੇ ਪਿਆਰਿਓ ਦੀ ਬੁੱਧੀ ਦੇ ਨਾਲ ਉਚਾਰਨ ਲੱਗ ਪਵੇ ਸ਼ੇਸ਼ ਨਾਗ, ਸੋ ਸ਼ਾਰਦਾ ਵਰਗੀ ਬੁੱਧੀ ਹੋਵੇ ਤੇ ਸ਼ੇਸ਼ ਨਾਗ ਉਚਾਰਨ ਕਰੇ ਤਾਂ ਵੀ ਇਹ ਉਪਮਾ ਜਿਹੜੀ ਹੈ ਪੂਰਨ ਤੌਰ ਤੇ ਨਹੀਂ ਕਹੀ ਜਾ ਸਕਦੀ। ਇਹੋ ਜਿਹਾ ਸਾਡਾ ਖਾਲਸਾ ਮਹਾਨ ਹੈ, ਕਿਉਂਕਿ ਖਾਲਸਾ ਪਰਮੇਸ਼ਰ ਦਾ ਹੀ ਰੂਪ ਹੈ। ਉਹਦੀ ਮੌਜ ਨਾਲ ਹੀ ਇਹ ਪ੍ਰਗਟ ਹੋਇਆ ਹੈ। ਧੰਨ ਗਰੀਬ ਨਿਵਾਸ ਜੀ ਨੇ ਅਖੀਰ ਵਿੱਚ ਬਚਨ ਕਹੇ, ਯਾ ਮੈਂ ਰੰਚ ਨਾ ਮਿਥਿਆ ਭਾਖੀ, ਗੁਰ ਪਾਰ ਬ੍ਰਹਮ ਗੁਰ ਨਾਨਕ ਸਾਖੀ। ਇਹ ਜੋ ਅਸੀਂ ਉਪਰੋਕਤ ਬਚਨ ਕਹੇ ਹਨ, ਉਪਰੋਕਤ, ਇਹਦੇ ਵਿੱਚ ਕੋਈ ਵੀ ਅਸੀਂ ਝੂਠ ਨਹੀਂ ਕਿਹਾ, ਕਿਉਂਕਿ ਧੰਨ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਾਖੀ ਹਾਜ਼ਰ ਨਾਜ਼ਰ ਜਾਣ ਕੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਨੂੰ ਹਾਜ਼ਰ ਜਾਣ ਕੇ ਹੀ ਬਚਨ ਕਹਿ ਰਹੇ ਹਾਂ ਜੋ ਕਹੇ ਹਨ ਕਿ ਖਾਲਸਾ ਵਾਕਿਆ ਹੀ ਬੜੀ ਉਪਮਾ ਵਾਲਾ ਹੈ, ਖਾਲਸਾ ਵਾਕਿਆ ਹੀ ਸਲਾਹਣਯੋਗ ਹੈ। ਔਰ ਖਾਲਸੇ ਦੀ ਉਪਮਾ ਜੋ ਕਰਦੇ ਆ ਗੁਰੂ ਕੇ ਪਿਆਰਿਓ ਉਹਨਾਂ ਨੂੰ ਵਡਿਆਈਆਂ ਮਿਲਦੀਆਂ, ਖਾਲਸੇ ਦੀ ਜੋ ਸੇਵਾ ਕਰਦੇ ਆ ਉਹਨਾਂ ਦੇ ਭੰਡਾਰੇ ਭਰ ਜਾਂਦੇ ਆ। ਇਸ ਤਰ੍ਹਾਂ ਗਰੀਬ ਨਿਵਾਸ ਜੀ ਨੇ ਬਚਨ ਕਹੇ, ਖਾਲਸਾ ਕਿਹੜਾ ਹੈ ਲੱਛਣ ਵੀ ਲਿਖੇ ਨਾਲ, ਆਤਮ ਰਸ ਜਿਹ ਜਾਣਹੀ ਸੋ ਹੈ ਖਾਲਸ ਦੇਵ। ਜਿਹਨੇ ਆਤਮਾ ਰਸ ਜਾਣ ਲਿਆ, ਵਿਸ਼ੇ ਰਸ ਰਸਾਈ ਜਿਹੜਾ ਉਹ ਨਾ ਆਪਣੇ ਆਪ ਨੂੰ ਖਾਲਸਾ ਕਹਾਵੇ। ਸੋ ਕਹਾਵੇ ਤਾਂ ਖਾਲਸਾ ਤੇ ਵਿਸ਼ੇ ਛੱਡੇ ਹੀ ਨਾ, ਕਹਾਵੇ ਤਾਂ ਖਾਲਸਾ ਜ਼ੁਬਾਨ ਦੇ ਰਸ ਛੱਡੇ ਹੀ ਨਾ, ਸ਼ਰਾਬਾਂ ਪੀ ਜਾਵੇ, ਹੋਰ ਜ਼ੁਬਾਨ ਦੇ ਰਸ ਮਾਸ ਖਾਈ ਜਾਵੇ, ਔਰ ਗੁਰੂ ਕੇ ਪਿਆਰਿਓ ਜੋ ਮੂੰਹ ਆਇਆ ਸਾਰੇ ਸੋ ਮੂੰਹ ਮਾਰੀ ਜਾਵੇ ਤੇ ਕਹੇ ਮੈਂ ਖਾਲਸਾ। ਇਸ ਤਰ੍ਹਾਂ ਨਹੀਂ। ਸਤਿਗੁਰੂ ਜੀ ਨੇ ਬਚਨ ਕਹੇ, ਜਿਹਨੇ ਆਤਮ ਰਸ ਜਾਣਿਆ ਉਹ ਖਾਲਸਾ ਦੇਵ ਪ੍ਰਕਾਸ਼ ਰੂਪ ਹੈ। ਜਿਹਨੇ ਦੇਹ ਹੰਕਤਾ ਛੱਡਤੀ ਔਰ ਪ੍ਰਕਾਸ਼ ਰੂਪ ਪਰਮੇਸ਼ਰ ਨੂੰ, ਬ੍ਰਹਮ ਨੂੰ, ਨਿਰੰਕਾਰ ਨੂੰ ਜਾਣ ਲਿਆ, ਵਿੱਚ ਅਭੇਦ ਹੋ ਗਿਆ। ਪ੍ਰਭ ਮਹਿ ਮੋਹ ਮਹਿ ਤਾਸ ਮਹਿ, ਪ੍ਰਭੂ ਅਕਾਲ ਪੁਰਖ ਵਿੱਚ, ਮੇਰੇ ਵਿੱਚ, ਸਾਡੇ ਵਿੱਚ ਤੇ ਉਸ ਖਾਲਸੇ ਵਿੱਚ ਸਤਿਗੁਰੂ ਜੀ ਨੇ ਕਿਹਾ ਕੋਈ ਭੇਦ ਨਹੀਂ, ਕਿਉਂਕਿ ਜਿਨ ਜਾਤਾ ਸੋ ਤਿਸ ਹੀ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਉਹ ਉਹਦੇ ਵਰਗਾ ਹੀ ਬਣ ਜਾਂਦਾ ਹੈ। ਇਸ ਪ੍ਰਕਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਸਾਜਿਆ ਔਰ ਬੇਅੰਤ ਬਖਸ਼ਾਂ ਕੀਤੀਆਂ। ਖਾਲਸੇ ਦਾ ਇਹ ਸਾਜਨਾ ਦਿਵਸ ਗੁਰੂ ਕੀਆਂ ਸੰਗਤਾਂ ਸਮੁੱਚੇ ਤੌਰ ਤੇ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਨਗਰਾਂ ਸ਼ਹਿਰਾਂ ਦੇ ਵਿੱਚ, ਜਿੱਥੇ ਜਿੱਥੇ ਵੀ ਗੁਰੂ ਕਾ ਖਾਲਸਾ ਬੈਠਾ ਹੈ, ਸਜਿਆ ਹੈ, ਸਾਰੇ ਹੀ ਆਪੋ ਆਪਣੇ ਜਥਾ ਸ਼ਕਤ ਮਨਾ ਰਹੇ ਹਨ। ਔਰ ਇੱਥੇ ਵੀ ਗੁਰੂ ਕੇ ਪਿਆਰਿਓ ਸੋ ਦਮਦਮੀ ਟਕਸਾਲ ਸੱਦਰਵਾਲਾ ਵਿਖੇ ਵੀ ਗੁਰੂ ਕੀਆਂ ਸੰਗਤਾਂ ਚੜ੍ਹਦੀ ਕਲਾ ਦੇ ਨਾਲ ਮਨਾ ਰਹੀਆਂ ਹਨ। ਔਰ ਇਸੇ ਤਰ੍ਹਾਂ ਵਿਸ਼ੇਸ਼ ਤੌਰ ਤੇ ਧੰਨ ਗੁਰੂ ਕਲਗੀਧਰ ਗਰੀਬ ਨਿਵਾਸ ਜੀ ਨੇ ਆਨੰਦਪੁਰ ਸਾਹਿਬ ਜੀ ਤੋਂ ਉਪਰੰਤ ਸੋ ਫਿਰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਤਿਗੁਰੂ ਜੀ ਨੇ ਵਿਸਾਖੀ ਮਨਾਈ ਸੀ ਔਰ ਬਹੁਤ ਸਾਰੀ ਸੰਗਤ, ਬੇਅੰਤ ਸੰਗਤ ਉਥੇ ਗੁਰੂ ਕੇ ਸਿੱਖਾਂ ਨੂੰ ਖਾਲਸਾ ਸਜਾਇਆ ਸੀ। ਇਸ ਕਰਕੇ ਉਦੋਂ ਤੋਂ ਲੈ ਕਰਕੇ ਗੁਰੂ ਪਿਆਰਿਓ ਔਰ ਦਮਦਮਾ ਸਾਹਿਬ ਵਿਖੇ ਇਹ ਵਿਸ਼ੇਸ਼ ਕਰਕੇ ਮਨਾਇਆ ਜਾਂਦਾ ਹੈ, ਜਿਵੇਂ ਹੋਲਾ ਮਹੱਲਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ। ਔਰ ਇਸੇ ਤਰ੍ਹਾਂ ਹੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸੋ ਸਾਰੀਆਂ ਸੰਪਰਦਾਵਾਂ, ਜਥੇਬੰਦੀਆਂ, ਸਾਧ ਸਮੁੱਚਾ ਪੰਥ ਮਿਲ ਕਰਕੇ ਇਹ ਖਾਲਸਾ ਸਾਜਨਾ ਦਿਵਸ ਨੂੰ ਮਨਾ ਕਰਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ। ਸੋ ਅੱਜ ਖਾਲਸਾ ਸਾਜਨਾ ਦਿਵਸ ਦੀ ਫਿਰ ਤੋਂ ਦਾਸ ਵੱਲੋਂ, ਜਥੇ ਵੱਲੋਂ ਸਮੁੱਚੇ ਖਾਲਸਾ ਜੀ ਨੂੰ ਲੱਖ ਲੱਖ ਵਧਾਈ ਹੋਵੇ, ਲੱਖ ਲੱਖ ਵਧਾਈ ਹੋਵੇ। ਆਓ ਪਿਆਰਿਓ, ਹੁਣ ਕੁਝ ਸਮੇਂ ਵਾਸਤੇ ਆਖਰੀ ਅਰਥ ਹੈ ਸੋ ਮਹੀਨੇ ਦੀ ਵਿਚਾਰ, ਆਓ ਕਥਾ ਸਰਵਣ ਕਰੀਏ। ਵੈਸਾਖ ਧੀਰਨ ਕਿਉ ਵਾਡੀਆ ਜਿਨਾ ਪ੍ਰੇਮ ਵਿਚੋਹ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ
12 ਮਾਹ ਦੀ ਇਹ ਪਾਵਨ ਬਾਣੀ ਪ੍ਰਾਰੰਭ ਕਰਦਿਆਂ ਪਹਿਲਾਂ ਵਸਤੂ ਨਿਰਦੇਸ਼ ਮੰਗਲ ਕੀਤਾ, ਫਿਰ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਇਹ ਵੀ ਮੰਗਲ ਰੂਪ ਬਾਣੀ ਉਚਾਰੀ ਹੈ, ਪੌੜੀ ਉਚਾਰੀ ਹੈ। ਇਸ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਨ ਦੀ ਜਾਚ ਦੱਸੀ ਹੈ। ਉਪਰੰਤ ਸਤਿਗੁਰੂ ਜੀ ਨੇ ਚੇਤ ਦਾ ਮਹੀਨਾ ਪ੍ਰਾਰੰਭ ਕੀਤਾ ਔਰ ਇਸੇ ਤਰ੍ਹਾਂ ਚੇਤ ਦੇ ਵਿੱਚ ਘੜਾ ਆਨੰਦ ਕਿਵੇਂ ਪ੍ਰਾਪਤ ਹੁੰਦਾ, ਸੰਤ ਜਨਾਂ ਮਿਲ ਪਾਈਐ ਰਸਨ ਦਾ ਨਾਮ ਪੜਾ। ਸੋ ਸੰਤਾਂ ਦੀ ਸੰਗਤ ਵਿੱਚ ਮਿਲ ਕਰਕੇ ਮੁਖ ਤੋਂ ਵਾਹਿਗੁਰੂ ਦਾ ਨਾਮ ਉਚਾਰਨ ਦੇ ਨਾਲ ਇਹ ਪ੍ਰਾਪਤੀ ਹੋਵੇਗੀ। ਧੰਨ ਗੁਰੂ ਕਲਗੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਇਸ ਪ੍ਰਕਾਰ ਜਿਨ੍ਹਾਂ ਨੇ ਚੇਤ ਦੇ ਮਹੀਨੇ ਦੇ ਵਿੱਚ ਪਰਮੇਸ਼ਰ ਨੂੰ ਆਰਾਧਿਆ ਹੈ, ਉਹਨਾਂ ਦੇ ਮੜਾ ਮੂੰਹ ਭਾਗ ਹਨ। ਅਸੀਂ ਵੀ ਉਹਨਾਂ ਦੇ ਚਰਨੀ ਲੱਗੀਏ, ਇਹ ਮਹੀਨਾ ਸੰਪੂਰਨ ਕੀਤਾ। ਅੱਗੇ ਸਤਿਗੁਰੂ ਜੀ ਵਿਸਾਖ ਦਾ ਮਹੀਨਾ ਇਹ ਪ੍ਰਾਰੰਭ ਕਰਦੇ ਹਨ। ਵਿਸਾਖ ਦੇ ਵਿੱਚ ਇਹ ਚੇਤ ਤੇ ਵਿਸਾਖ ਦੇ ਵਿੱਚ ਬਸੰਤ ਰੁੱਤ ਹੈ। ਬਸੰਤ ਰੁੱਤ ਦੇ ਵਿੱਚ ਗੁਰੂ ਪਿਆਰਿਓ ਸਾਰੇ ਪਾਸੇ ਹੀ ਬੜੀ ਹਰਿਆਵਲਤਾ ਸ਼ੁਰੂ ਹੋ ਜਾਂਦੀ ਹੈ। ਤਰ੍ਹਾਂ ਤਰ੍ਹਾਂ ਦੇ ਬਨਸਪਤੀ ਨੂੰ ਫੁੱਲ ਖਿੜ ਜਾਂਦੇ ਹਨ, ਪ੍ਰਫੁੱਲਤ ਹੁੰਦੀ ਹੈ ਬਨਸਪਤੀ ਫੁੱਲਾਂ ਦੇ ਸਹਿਤ, ਔਰ ਬੜਾ ਹੀ ਸੁੰਦਰ ਮੌਸਮ ਹੁੰਦਾ, ਨਾ ਬਹੁਤੀ ਠੰਡ ਨਾ ਬਹੁਤੀ ਗਰਮੀ। ਜ਼ਿਆਦਾ ਠੰਡ ਸਿਆਲ ਦੇ ਵਿੱਚ, ਸੋ ਠੰਡ ਦੇ ਨਾਲ ਹੀ ਜੀਵ ਬੜੇ ਦੁਖੀ ਹੁੰਦੇ ਆ, ਔਰ ਜ਼ਿਆਦਾ ਗਰਮੀ ਵਿੱਚ ਜੇਠ ਹਾੜ ਦੇ ਵਿੱਚ ਸੋ ਗਰਮੀ ਬੜੀ ਸਤਾਉਂਦੀ ਹੈ, ਬਾਰ-ਬਾਰ ਪਾਣੀ ਪੀਣਾ ਪੈਂਦਾ, ਪਸੀਨਾ ਆਉਂਦਾ ਹੈ। ਸੋ ਪੱਖਿਆਂ ਥੱਲੇ ਬੈਠਿਆਂ ਵੀ ਬੜੇ ਦੁਖੀ ਹੁੰਦੇ ਆ ਜੀਵ, ਮੱਛਰ ਔਰ ਮੱਖੀਆਂ ਬਹੁਤ ਸਤਾਉਂਦੀਆਂ। ਪਰ ਚੇਤ ਦੇ ਮਹੀਨੇ ਇਹ ਜੋ ਇਸੇ ਤਰ੍ਹਾਂ ਬਸੰਤ ਰੁੱਤ ਵਿੱਚ ਇਹ ਬੜਾ ਸੁੰਦਰ ਮੌਸਮ ਹੁੰਦਾ। ਬਸੰਤ ਮਾਨੋ ਇੱਕ ਰਾਜਾ ਹੈ ਔਰ ਇਹ ਸਾਰੀ ਇਹਦੀ ਸੈਨਾ ਹੈ। ਫੁੱਲ ਜੋ ਬਨਸਪਤੀ ਹੈ ਔਰ ਤਰ੍ਹਾਂ ਤਰ੍ਹਾਂ ਦੇ ਇਹ ਫੁੱਲ ਪਹਿਨ ਜੋ ਖਿੜੇ ਆ, ਇਹ ਮਾਨੋ ਵੱਖ-ਵੱਖ ਪੁਸ਼ਾਕਾਂ ਪਹਿਨ ਕਰਕੇ, ਸੁੰਦਰ ਪੁਸ਼ਾਕਾਂ ਪਹਿਨ ਕੇ ਆਪਣੇ ਰਾਜੇ ਦਾ ਸਵਾਗਤ ਕਰ ਰਹੇ ਆ। ਸੋ ਇਸ ਪ੍ਰਕਾਰ ਸਤਿਗੁਰੂ ਗਰੀਬ ਨਿਵਾਸ ਜੀ ਇਹ ਅਲੰਕਾਰ ਬਣ ਰਹੇ ਹਨ। ਵਿਸਾਖ ਦੇ ਮਹੀਨੇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਹਨ ਕਿ ਇਹੋ ਜਿਹੀ ਸੁੰਦਰ ਰੁੱਤ ਦੇ ਵਿੱਚ ਵੀ ਜਿਹੜੇ ਪਰਮੇਸ਼ਰ ਤੋਂ ਵਿਛੜੇ ਹਨ, ਜੋ ਵਾਢੀਆਂ ਹੁੰਦੀਆਂ, ਵਾਢੀਆਂ ਨਾਮ ਵਿਛੜੀਆਂ ਹੋਈਆਂ ਦਾ ਜਵਾਨ ਇਸਤਰੀਆਂ ਜੋ ਆਪਣੇ ਪਤੀ ਤੋਂ ਵਿਛੜੀਆਂ, ਮਹਾਰਾਜ ਫਰਮਾਉਂਦੇ ਹਨ ਉਹਨਾਂ ਨੂੰ ਧੀਰਜ ਕਿਵੇਂ ਆ ਸਕਦੀ ਹੈ ਜਿਨ੍ਹਾਂ ਦਾ ਆਪਣੇ ਪਤੀ ਦੇ ਨਾਲੋਂ ਵਿਛੋੜਾ ਪਿਆ ਹੈ। ਹੁਣ ਬੇਨਤੀ ਕਰੀਏ ਗਰੀਬ ਨਵਾਜ਼ ਸੱਚੇ ਪਾਤਸ਼ਾਹ, ਅਕਾਲ ਪੁਰਖ ਵਾਹਿਗੁਰੂ ਜੀ ਤਾਂ ਹਰ ਘਟਾ ਦੇ ਵਿੱਚ, ਹਰ ਥਾਂ ਦੇ ਵਿੱਚ ਜੋ ਪਰਿਪੂਰਨ ਹਨ, ਤੇ ਉਹਦੇ ਤੋਂ ਵਿਛੜੇ ਕਿਵੇਂ ਜੀਵ? ਸਾਰੇ ਹੀ ਹਿਰਦਿਆਂ ਵਿੱਚ ਤਾਂ ਉਹ ਵਸ ਰਿਹਾ ਹੈ। ਤਾਂ ਧੰਨ ਗਰੀਬ ਨਵਾਜ਼ ਜੀ ਫਰਮਾਉਂਦੇ ਹਨ, ਜਿਨ੍ਹਾਂ ਦਾ ਪ੍ਰੇਮ ਤੋਂ ਵਿਛੋੜਾ ਹੈ, ਜਿਨ੍ਹਾਂ ਦਾ ਵਾਹਿਗੁਰੂ ਦੇ ਨਾਲੋਂ ਪ੍ਰੇਮ ਟੁੱਟਾ ਨਾ, ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਦਾ ਪ੍ਰੇਮ ਵਿਛੜਿਆ ਹੈ, ਪ੍ਰੇਮ ਨਹੀਂ ਹੈ, ਉਹ ਵਿਛੜੇ ਆ, ਪਰਮੇਸ਼ਰ ਤੋਂ ਵਿਛੜੇ ਹੋਏ ਆ, ਉਹਨਾਂ ਨੂੰ ਧੀਰਜ ਕਿਵੇਂ ਆ ਸਕਦੀ ਹੈ? ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧੋਹ। ਹਰੀ ਜੋ ਸੱਜਣ ਹੈ, ਪੁਰਖ ਜੋ ਪਰਿਪੂਰਨ ਹੈ, ਸੱਜਣ ਜੋ ਸਾਰਿਆਂ ਦੀ ਸਹਾਇਤਾ ਕਰਨ ਵਾਲਾ, ਮਾਤਾ ਦੇ ਉਦਰ ਵਿੱਚ ਵੀ, ਇਸ ਸੰਸਾਰ ਵਿੱਚ ਵੀ ਅਤੇ ਪਰਲੋਕ ਦੇ ਵਿੱਚ ਵੀ ਜਾਮਾਂ ਤੋਂ ਜੋ ਬਚਾਉਣ ਵਾਲਾ ਸੱਜਣ ਸੱਚਾ ਪਾਤਸ਼ਾਹੋ, ਸਿਰ ਸਾਹਾਂ ਦੇ ਸਾਹੋ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇ ਸਾਹੋ, ਉਹ ਅਸਲ ਸੱਜਣ ਹੈ। ਦੁਨੀਆ ਦੇ ਸੱਜਣ ਗੁਰੂ ਕੇ ਪਿਆਰਿਓ, ਜਿਹਦੇ ਕੋਲ ਮਾਇਆ ਹੋਵੇ ਜਾਂ ਗੁੱਡੀ ਚੜੀ ਹੋਵੇ ਸੰਸਾਰ ਵਿੱਚ, ਉਹਦੇ ਬੜੇ ਆ ਕੇ ਸੱਜਣ ਬਣ ਜਾਂਦੇ ਆ, ਦੂਰੋਂ ਨੇੜਿਓਂ। ਕੋਈ ਮਿੱਤਰਤਾਈਆਂ ਬਣਾਉਂਦੇ ਪਾਉਂਦੇ ਆ, ਕੋਈ ਸੱਜਣ ਜੋ ਇਸੇ ਤਰ੍ਹਾਂ ਰਿਸ਼ਤੇਦਾਰੀਆਂ ਕੱਢ ਲੈਂਦੇ ਆ। ਮੈਂ ਤੁਹਾਡੀ ਭੂਆ ਦੀ ਨਨਾਣ ਦੇ ਅੱਗੇ ਗਾਂ ਉਹਦੇ ਪਤਿਓਰੇ ਦਾ ਮੁੰਡਾ, ਸੋ ਇਸ ਪ੍ਰਕਾਰ ਗਾਂ ਦੀਆਂ ਗਾਂ ਕੱਢ ਲੈਂਦੇ ਆ ਸੱਜਣ ਜੋ ਰਿਸ਼ਤੇਦਾਰੀਆਂ। ਮੈਂ ਤੁਹਾਡੇ ਨੇੜੇ ਹੀ ਹਾਂ ਜੀ,
ਪਰ ਜਿਸ ਵੇਲੇ ਕਿਤੇ ਗੁਰੂ ਕੇ ਪਿਆਰਿਓ ਕੋਈ ਬਾਜੀ ਪੁੱਠੀ ਪੈ ਜਾਏ, ਕੋਈ ਮੁਸੀਬਤ ਦਾ ਸਮਾਂ ਆ ਜਾਏ, ਕੋਈ ਔਕੜ ਪੈ ਜਾਏ, ਉਸ ਵੇਲੇ ਸੱਜਣ ਸਾਰੇ ਹੀ ਭੱਜ ਜਾਂਦੇ ਹਨ। ਜਬ ਹੀ ਨਿਰਤਨ ਦੇਖਿਓ ਨਰਕੋ, ਸੰਗ ਛਾੜ ਸਭ ਭਾਗੇ, ਸਾਰੇ ਭੱਜ ਜਾਂਦੇ ਆ। ਸੋ ਇਸ ਪ੍ਰਕਾਰ ਉਹ ਸੱਜਣ ਵਾਹਿਗੁਰੂ ਹੈ, ਅਸਲ ਵਿੱਚ ਸਾਰੇ ਥਾਵਾਂ ਤੇ ਸੱਜਣ ਤਾਈਆਂ ਨਿਭਾਉਣ ਵਾਲਾ। ਔਰ ਪੁਰਖ ਨਾਮ ਹੈ, ਪੂ ਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲਾ। ਕਹਿੰਦੇ ਬ੍ਰਹਮਾ ਜੀ ਨੇ ਵੇਖਿਆ, ਕਹਿੰਦੇ ਵੀ ਹੁਣ ਇਹ ਸਾਰੇ ਹੀ ਬਨਾਂ ਨੂੰ ਉੱਠ ਕੇ ਚੱਲ ਜਾਂਦੇ ਆ ਤੇ ਗ੍ਰਿਸ਼ਤੀ ਬਣਦਾ ਕੋਈ ਨਹੀਂ, ਤੇ ਫਿਰ ਇਹ ਸ੍ਰਿਸ਼ਟੀ ਕਿਵੇਂ ਵਧੇਗੀ। ਇਸ ਕਰਕੇ ਕਹਿਤਾ ਕਿ ਲਿਖਿਓ ਏਦਾਂ ਕਰੋ, ਪੁੱਤਰ ਪੈਦਾ ਕਰੋ ਜੋ ਤੁਹਾਡੇ ਮਗਰੋਂ ਤੁਹਾਨੂੰ ਸੰਸਾਰ ਤੋਂ ਤਾਰ ਦਵੇ। ਪੂ ਨਾਮ ਹੈ ਨਰਕਾਂ ਦਾ ਤੇ ਤਰ ਨਾਮ ਹੈ ਰੱਖਿਆ ਕਰਨ ਦਾ ਤਰੈ। ਸੋ ਇਸ ਕਰਕੇ ਜੋ ਤੁਹਾਡੀ ਨਰਕਾਂ ਤੋਂ ਰੱਖਿਆ ਕਰੇ, ਇਸ ਕਰਕੇ ਪੁੱਤਰ ਪੈਦਾ ਕਰੋ। ਕਹਿੰਦੇ ਰਿਖੀਆਂ ਨੇ ਬੁੱਢੇ ਹੋ ਕਰਕੇ ਜਾ ਕੇ ਫਿਰ ਰਾਜਿਆਂ ਦੇ ਦਰਵਾਜ਼ਿਆਂ ਤੇ ਬਹਿ ਜਾਣਾ ਕਿ ਸਾਨੂੰ ਪੁੱਤਰੀ ਦਿਓ, ਅਸੀਂ ਸੋ ਸੰਤਾਨ ਪੈਦਾ ਕਰਨੀ ਆ। ਸੋ ਇਸ ਪ੍ਰਕਾਰ ਲੱਗੇ ਰਹੇ। ਰਹੋ ਵਿਚਾਰ ਪੁੱਤਰ ਪੁਰਖ। ਸੋ ਗੁਰੂ ਕੇ ਪਿਆਰਿਓ ਪੁਰਖ ਉਹ ਜੋ ਪੂ ਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲਾ ਪਰਮੇਸ਼ਰ ਹੈ। ਹਰ ਸਾਜਨ ਪੁਰਖ ਜੋ ਹਰੀ ਸੱਜਣ ਪੁਰਖ ਹੈ, ਉਹਨੂੰ ਭੁੱਲ ਕਰਕੇ ਮਾਇਆ ਧੋ ਰੂਪ ਜੋ ਮਾਇਆ ਛਲ ਰੂਪ ਮਾਇਆ ਨਾ, ਇਹਦੇ ਵਿੱਚ ਸਾਰੀ ਸ੍ਰਿਸ਼ਟੀ ਲੱਗੀ ਹੋਈ ਹੈ। ਪੁੱਤਰ ਕਲਤਰ ਨਾ ਸੰਗ ਧਨਾ, ਹਰ ਅਵਿਨਾਸੀ ਓ। ਪੁੱਤਰ ਔਰ ਕਲਤਰ ਇਸਤਰੀ, ਕਲ ਧਾਤੂ ਨੂੰ ਧਾਰਨ ਕਰਨ ਵਾਲੀ, ਨਾ ਸੰਗ ਧਨਾ। ਪੁੱਤਰ ਇਸਤਰੀ ਤੇ ਨਾ ਹੀ ਕੋਈ ਧਨ, ਇਹ ਤੇਰੇ ਨਾਲ ਨਹੀਂ ਜਾਣਾ, ਨਾਲ ਨਹੀਂ ਨਿਭਣਾ। ਇਹ ਜਿੰਨਾ ਚਿਰ ਤੱਕ ਸਰੀਰ ਵਿੱਚ ਪ੍ਰਾਣ ਹੈ ਉਹਨਾਂ ਚਿਰ ਤੱਕ ਹੀ ਚੰਬੜੇ ਆ ਸਾਰੇ। ਔਰ ਜਦੋਂ ਹੀ ਪ੍ਰਾਣ ਪੰਖੇਰੂ ਉਡਾਰੀ ਮਾਰ ਗਏ, ਉਸ ਵੇਲੇ ਸਾਰਿਆਂ ਨੇ ਘਰ ਕੀ ਨਾਰ ਉਰੇ ਤਨ ਲਾਗੀ, ਉਹ ਤੋਂ ਪ੍ਰੇਤ ਕਰ ਭਾਗੀ। ਉਹ ਇਸਤਰੀ ਘਰ ਵਾਲੀ ਇਸਤਰੀ ਉਹ ਪ੍ਰੇਤ ਕਹਿ ਕੇ ਫਿਰ ਪਾਸੇ ਭੱਜਦੀ ਹੈ ਕਿਤੇ ਮੈਨੂੰ ਨਾ ਚੰਬੜ ਜੇ। ਇਸ ਪ੍ਰਕਾਰ ਧੰਨ ਗਰੀਬ ਨਿਵਾਸ ਜੀ ਕਥਨ ਕਰ ਰਹੇ ਹਨ, ਇੱਕ ਅਵਿਨਾਸ਼ੀ ਪੁਰਖ ਪਰਮੇਸ਼ਰ ਹੀ ਹੈ, ਸਾਰੇ ਥਾਵਾਂ ਤੇ ਸਹਾਇਤਾ ਕਰਨ ਵਾਲਾ। ਪਲਚ ਸਗਲੀ ਮੂਈ, ਝੂਠਾ ਧੰਦਾ ਮੋਹ। ਸੋ ਲੱਗ ਕਰਕੇ ਝੂਠੇ ਧੰਦਿਆਂ ਦੇ ਮੋਹ ਦੇ ਵਿੱਚ ਸਾਰੀ ਸ੍ਰਿਸ਼ਟੀ ਮੋਈ ਨਾਸ਼ ਹੋ ਰਹੀ ਹੈ, ਸੋ ਖਰਾਬ ਹੋ ਰਹੀ ਹੈ। ਇਕ ਹਰਿ ਕੇ ਨਾਮ ਬਿਨ ਅੱਗੇ ਲਈਐ ਖੋਹੇ। ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਜਪਣ ਤੋਂ ਬਿਨਾਂ ਜੇ ਕੋਈ ਬਹੁਤੀਆਂ ਸਿਆਣਪਾਂ ਕਰਦਾ, ਬਹੁਤੇ ਸ਼ਾਸਤਰ ਪੜ੍ਹਦਾ, ਬਹੁਤੀਆਂ ਚਤੁਰਾਈਆਂ ਸਿੱਖਦਾ ਹੈ ਕਿ ਮੈਂ ਇਸ ਤਰ੍ਹਾਂ ਬਚ ਜਾਵਾਂਗਾ, ਜਾਂ ਕੋਈ ਹੋਰ ਸ਼ਕਾਮ ਕਰਮ ਵੀ ਕਰਦਾ, ਪੁੰਨ ਦਾਨ ਵੀ ਕਰਦਾ, ਇੱਛਾ ਧਾਰ ਕੇ ਸ਼ਕਾਮੀ ਹੋ ਗਈ, ਵਾਹਿਗੁਰੂ ਦੇ ਨਾਮ ਜਪਣ ਤੋਂ ਬਿਨਾਂ ਗੁਰੂ ਕੇ ਪਿਆਰਿਓ ਅੱਗੇ ਲਈਏ ਖੋਹੇ। ਉਹ ਸਾਰੇ ਕੀਤੇ ਹੋਏ ਕਰਮ ਧਰਮ ਪਾਖੰਡ ਜੋ ਦਿਸੇ ਤਿਨ ਜਮ ਜਾਗਾਤੀ ਲੂਟੈ, ਉਹਨਾਂ ਨੂੰ ਜਾਮ ਜਾਗਾਤ ਵਜੋਂ ਟੈਕਸ ਵਜੋਂ ਲੁੱਟ ਲੈਂਦਾ ਰਸਤੇ ਦੇ ਵਿੱਚ ਹੀ ਸਾਰੇ। ਇਸ ਕਰਕੇ ਮਹਾਰਾਜ ਇੱਥੇ ਕਥਨ ਕਰ ਰਹੇ ਹਨ ਕਿ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਤੇਰੇ ਕੀਤੇ ਹੋਏ ਕਰਮ ਧਰਮ ਜਾਮ ਮਾਰਗ ਦੇ ਵਿੱਚ ਟੈਕਸ ਵਜੋਂ ਹੀ ਲੈ ਲੈਣੇ, ਖੋਹ ਲੈਣੇ ਹਨ। ਕਈਓ ਵਿਸਾਰ ਵਿਗੁਚਣਾ, ਪ੍ਰਭ ਨੇ ਅਵਰ ਨਾ ਕੋਏ। ਦਈਓ ਇਹ ਪਾਠ ਕਰਨਾ ਹੈ, ਦਾਜ ਇਸ ਤਰ੍ਹਾਂ ਨਹੀਂ ਕਹਿ ਦੇਣਾ। ਸੋ ਦੱਦਾ ਈੜੀ ਬਿਹਾਰੀ ਤੇ ਈੜੀ ਸੋ ਊੜੇ ਨੂੰ ਉਂਕੜ ਦਈਓ। ਉਸ ਦਈਓ ਜੋ ਪ੍ਰੇਰਕ ਹੈ ਨਾ ਪਰਮੇਸ਼ਰ, ਤੇ ਇਸ ਨੂੰ ਵਿਸਾਰ ਕਰਕੇ ਵਿਗੁਚਣਾ ਖਰਾਬ ਹੀ ਹੋਣਾ ਪੈਂਦਾ, ਕਿਉਂਕਿ ਤਿਸ ਸਮਰੱਥ ਪਰਮੇਸ਼ਰ ਤੋਂ ਬਿਨਾ ਹੋਰ ਕੋਈ ਤੇਰੀ ਸਹਾਇਤਾ ਕਰਨ ਵਾਲਾ ਨਹੀਂ ਹੈ। ਪ੍ਰੀਤਮ ਚਰਣੀ ਜੋ ਲੱਗੇ ਤਿਨ ਕੀ ਨਿਰਮਲ ਸੋਏ। ਜੋ ਪਰਮ ਪ੍ਰੇਮ ਦਾ ਆਸਪਦ ਹੈ ਨਾ, ਇੱਕ ਹੁੰਦਾ ਇੱਕ ਹੁੰਦੀ
ਪ੍ਰੇਤਰ, ਇੱਕ ਹੁੰਦਾ ਪ੍ਰੇਤਮ। ਸੋ ਉਹ ਪ੍ਰੇਤਮ ਪ੍ਰੀਤਮ ਹੈ, ਉਹਨੂੰ ਪਰਮੇਸ਼ਰ ਪ੍ਰੀਤਮ ਨੂੰ, ਜੋ ਪ੍ਰਾਣਾਂ ਦਾ ਵੀ ਆਪਣਾ ਆਤਮਾ ਰੂਪ ਹੈ, ਹਰੇਕ ਜੀਵ ਦਾ ਆਪਣਾ ਆਤਮਾ ਰੂਪ ਹੈ, ਉਸ ਨੂੰ ਭੁੱਲ ਕਰਕੇ। ਸੋ ਗੁਰੂ ਕੇ ਪਿਆਰਿਓ, ਜਿਹੜੇ ਉਹ ਪ੍ਰੀਤਮ ਚਰਣੀ ਜੋ ਲੱਗੇ, ਉਸ ਪ੍ਰੀਤਮ ਦੇ ਜੋ ਚਰਣੀ ਲੱਗੇ ਆ ਨਾ, ਬ੍ਰਹਮ ਦੇ ਨਿਰੰਕਾਰ ਦੇ, ਤਿਨ ਕੀ ਨਿਰਮਲ ਸੋਏ। ਵਾਹਿਗੁਰੂ ਦੇ ਜੋ ਚਰਣੀ ਲੱਗੇ ਆ, ਉਹਨਾਂ ਦੀ ਬੜੀ ਹੀ ਨਿਰਮਲ ਸੋਭਾ ਸੰਸਾਰ ਦੇ ਵਿੱਚ ਹੁੰਦੀ ਹੈ। ਭਾਵੇਂ ਈਰਖਾ ਕਰਕੇ ਉਹਨਾਂ ਦੀ ਸੋਭਾ ਨੂੰ ਮੇਟਣ ਦਾ ਜੇ ਕੋਈ ਯਤਨ ਕਰਦਾ ਵੀ ਹੈ, ਉਹਨਾਂ ਦੀ ਸੋਭਾ ਦੂਣ ਸਵਾਈ ਚੜ੍ਹਦੀ ਹੈ। ਭਗਤ ਕਬੀਰ ਜੀ ਦੇ ਨਾਲ ਗੁਰੂ ਕੇ ਪਿਆਰਿਓ ਪੰਡਤਾਂ ਨੇ ਈਰਖਾ ਕੀਤੀ ਕਿ ਇਹ ਜਲਾਹਾ ਹੈ, ਨਾ ਕੋਈ ਸ਼ਾਸਤਰ ਪੜ੍ਹਿਆ, ਨਾ ਕੋਈ ਵਿਦਿਆ ਪੜ੍ਹਿਆ, ਤੇ ਇਹਦੀ ਬੜੀ ਲੋਕ ਉਪਮਾ ਕਰ ਰਹੇ ਆ, ਸੋ ਇਹਦੀ ਨਿੰਦਿਆ ਕਰਾਈਏ। ਜਿਉਂ-ਜਿਉਂ ਉਹਨਾਂ ਨੇ ਨਿੰਦਿਆ ਕਰਾਉਣ ਦਾ ਯਤਨ ਕੀਤਾ, ਤਿਉਂ-ਤਿਉਂ ਭਗਤ ਜੀ ਦੀ ਉਪਮਾ ਪਰਮੇਸ਼ਰ ਨੇ ਕਰਾਈ, ਜਿਹਦਾ ਉਹ ਨਾਮ ਜਪਦੇ ਸੀ। ਸੋ ਧੰਨ ਭਗਤ ਕਬੀਰ ਜੀ ਇੱਕ ਦਿਨ ਅੰਮ੍ਰਿਤ ਵੇਲੇ ਜਾ ਰਹੇ ਹਨ ਬਾਹਰ ਨੂੰ, ਵੇਖਿਆ ਕਿ ਬੜੀਆਂ ਜਮਾਤਾਂ ਆ ਗਈਆਂ ਵਿਰਾਗੀਆਂ ਦੀਆਂ, ਸਾਧਾਂ ਦੀਆਂ। ਪੁੱਛਿਆ ਜੀ ਇਹ ਕਿਵੇਂ, ਕੋਈ ਇੱਥੇ ਮੇਲਾ ਹੈ, ਕੋਈ ਕੁੰਭ ਲੱਗਣਾ? ਕਹਿਣ ਲੱਗੇ ਕਾਂਸ਼ੀ 'ਚ ਰਹਿੰਦੇ ਹੋ, ਤੁਹਾਨੂੰ ਨਹੀਂ ਪਤਾ? ਭਗਤ ਕਬੀਰ ਜੀ ਭੰਡਾਰਾ ਕਰ ਰਹੇ ਆ। ਉਸ ਸਮੇਂ ਕਬੀਰ ਜੀ ਨੇ ਵਿਚਾਰਿਆ ਕਿ ਜਿਹੜਾ ਕਬੀਰ ਹੋਊ ਆਪੇ ਸੰਭਾਲੂ, ਚੁੱਪ ਕਰਕੇ। ਸੋ ਰਾਮ ਰਾਮ ਜਪਦੇ ਹੋਏ ਉੱਥੋਂ ਚਲੇ ਗਏ, ਜੰਗਲ 'ਚ ਜਾ ਕੇ ਬਹਿ ਗਏ, ਰਾਮ ਨਾਮ ਦੀ ਧੁਨੀ ਲਾਤੀ, ਸਮਾਧੀ ਲਾ ਕੇ ਬੈਠੇ ਰਹੇ। ਪਰਮੇਸ਼ਰ ਨੇ ਜਾ ਆਪਣੇ ਭਗਤ ਦੀ ਰੱਖਿਆ ਕਰਨ ਵਾਸਤੇ ਗੁਰੂ ਪਿਆਰਿਓ ਇੱਕ ਕਬੀਰ ਜੀ ਦਾ ਰੂਪ ਧਾਰਨ ਕਰ ਲਿਆ, ਇੱਕ ਰਾਜੇ ਦਾ, ਔਰ ਅਣਗਿਣਤ ਖਰਚੀ ਲਿਆਂਦੀ, ਬਹੁਤ ਰਸਤਾਂ ਦੇ ਗੱਡੇ ਭਰ ਕੇ ਲੈ ਆਂਦੇ, ਰਸਦਾਂ ਪਹੁੰਚ ਗਈਆਂ, ਔਰ 7 ਦਿਨ ਭੰਡਾਰਾ ਚੱਲਿਆ। ਸੋ ਖੁੱਲ੍ਹਾ ਖਵਾਇਆ, ਜਾਣ ਲੱਗਿਆਂ ਨਾਲ ਸੋ ਪੱਲੇ ਵੀ ਬੰਨ੍ਹ ਦਿੱਤਾ, ਔਰ ਸਾਰਿਆਂ ਨੇ ਸੋ ਧੰਨ ਕਬੀਰ ਕਹਿਣ ਲੱਗੇ। ਖਾ ਖਾ ਕੇ ਸਾਰੇ ਬਿਮਾਰ ਹੋ ਗਏ, ਇੰਨਾ ਛਕਿਆ। ਧੰਨ ਕਬੀਰ ਕਰਦੇ ਹੋਏ ਚਲੇ ਗਏ। ਜਦੋਂ ਧੰਨ ਕਬੀਰ ਕਰਦਿਆਂ ਲਾਗੋਂ ਧੁਨੀ ਸੁਣੀ, ਆਵਾਜ਼, ਅੱਖਾਂ ਖੋਲੀਆਂ। ਇੰਨੇ ਚਿਰ ਨੂੰ ਭਗਵਾਨ ਜੀ ਨੇ ਆ ਕੇ ਕਿਹਾ, ਉੱਠੋ, ਹੁਣ ਕਾਹਦੇ ਲਈ ਬੈਠੇ ਹੋ? ਜਾਓ, ਤੁਹਾਡਾ ਕਾਰਜ ਸਰ ਗਿਆ, ਚਲੇ ਜਾਓ ਘਰ। ਇਸ ਪ੍ਰਕਾਰ ਸਾਰੇ ਪਾਸੇ ਪੰਡਤ ਚਾਹੁੰਦੇ ਸੀ ਕਿ ਜਲਾਹੇ ਦੀ ਨਿੰਦਿਆ ਹੋਵੇ, ਭਗਤ ਕਬੀਰ ਜੀ ਦੀ ਨਿੰਦਿਆ ਹੋਵੇ, ਸਗੋਂ ਸਾਰੀਆਂ ਜਮਾਤਾਂ ਵਾਲੇ ਸਾਰੇ ਲੋਕ ਧੰਨ ਕਬੀਰ ਕਹਿ ਕੇ ਗਏ। ਮਹਾਰਾਜ ਜੀ ਨੇ ਬਚਨ ਕੀਤੇ ਆ, ਸੋ ਜਿਨ੍ਹਾਂ ਨੇ ਵਾਹਿਗੁਰੂ ਨੂੰ ਜਪਿਆ, ਵਾਹਿਗੁਰੂ ਦਾ ਰੂਪ ਹੋ ਗਏ, ਔਰ ਤਿਨ ਕੀ ਸ਼ੋਭਾ ਸਭਨੀ ਥਾਈ, ਉਨਕੀ ਸ਼ੋਭਾ ਜੁਗ ਜੁਗ ਹੋਈ, ਕੋਈ ਨਾ ਮਿਟਣ ਹਾਰਾ। ਉਹਨਾਂ ਦੀ ਸ਼ੋਭਾ ਜੁਗਾਂ ਜੁਗਾਂ ਦੇ ਵਿੱਚ ਹੋਈ, ਕੋਈ ਮੇਟਣ ਵਾਲਾ ਨਹੀਂ ਹੋਇਆ ਉਹਨੂੰ ਸ਼ੋਭਾ ਨੂੰ। ਇਹੋ ਜੀ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲਹੁ ਪ੍ਰਾਪਤ ਹੋਏ। ਨਿਰਮਲ ਸੋਏ, ਸੋਏ ਨਾਮ ਸ਼ੋਭਾ ਦਾ, ਤੇ ਨਿਰਮਲ ਉਹਨਾਂ ਦੀ ਉਜਲ ਸ਼ੋਭਾ ਹੈ। ਸੋਏ ਪ੍ਰਸਿੱਧੀ ਜਿਹੜੀ ਹੈ, ਭਾਵੇਂ ਹਰਣਾਕਸ਼ ਨੂੰ ਵੀ ਲੋਕ ਜਾਣਦੇ ਆ, ਪਰ ਦੁਸ਼ਟ ਕਹਿ ਕੇ ਬਾਣੀ ਵਿੱਚ ਸਤਿਗੁਰਾਂ ਸੰਬੋਧਨ ਕੀਤਾ। ਹਰਣਾਕਸ਼ ਦੁਸ਼ਟ ਹਰ ਮਾਰਿਆ, ਦੁਸ਼ਟ ਹਰਣਾਕਸ਼ ਨੂੰ ਹਰੀ ਨੇ ਮਾਰਿਆ। ਪ੍ਰਹਿਲਾਦ ਤਰਾਇਆ, ਪ੍ਰਹਿਲਾਦ ਨੂੰ ਤਰਾਉਣਾ ਕੀਤਾ। ਸੋ ਇਸੇ ਤਰ੍ਹਾਂ ਰਾਵਣ ਵੀ ਮਸ਼ਹੂਰ ਆ, ਅਜੇ ਤੱਕ ਪ੍ਰਸਿੱਧ ਹੈ, ਪਰ ਨਾਲ ਉਹਨੂੰ ਕਹਿੰਦੇ ਮੂਰਖ ਰਾਵਣ ਕਿਆ ਲੈ ਗਿਆ। ਪਰ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ, ਉਹਨਾਂ ਦੀ ਮਹਿਮਾ, ਸ਼ੋਭਾ, ਵਡਿਆਈ ਉਜਲ ਹੈ, ਬੜੀ ਹੀ ਸੋ ਪ੍ਰਸਿੱਧ ਹੈ, ਬੜੀ ਹੀ ਨਿਰਮਲ ਹੈ। ਧੰਨ ਗਰੀਬ ਨਿਵਾਸ ਜੀ ਅੱਗੇ ਬਚਨ ਕਰ ਰਹੇ ਹਨ। ਨਾਨਕ ਕੀ ਪ੍ਰਭ ਬੇਨਤੀ। ਸੋ ਸਮਾਪਤੀ ਦੇ ਦੀਆਂ ਪੰਕਤੀਆਂ ਉਚਾਰਦਿਆਂ ਹੋਇਆਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਕੇ ਕਥਨ ਕਰ ਰਹੇ ਹਨ
ਕਿ ਹੇ ਅਕਾਲ ਪੁਰਖ ਵਾਹਿਗੁਰੂ ਜੀਓ, ਸਾਡੀ ਤਾਂ ਇਹ ਬੇਨਤੀ ਹੈ। ਸੰਗਤ ਨੂੰ ਸਾਨੂੰ ਸਤਿਗੁਰੂ ਜੀ ਬੇਨਤੀ ਕਰਨ ਦੀ ਜਾਚ ਦੱਸਦੇ ਹਨ ਕਿ ਇਸ ਪ੍ਰਕਾਰ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀਆਂ ਕਰਨੀਆਂ ਪ੍ਰਭ ਮਿਲੋ ਪ੍ਰਾਪਤ ਹੋਏ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਸਾਰਿਆਂ ਦੇ ਜੋ ਆਪ ਅੰਤਰ ਹੀ ਬੈਠੇ ਹੋ, ਪਰ ਆਪ ਜੀ ਕਿਰਪਾ ਕਰੋ, ਪ੍ਰਾਪਤ ਹੋ ਕਰਕੇ ਸਾਖਿਆਤਕਾਰ ਹੋ ਕਰਕੇ ਸਾਨੂੰ ਮਿਲਣਾ ਕਰੋ। ਸਾਡੇ ਉੱਪਰ ਆਪ ਜੀ ਰਹਿਮਤ ਕਰ ਦਿਓ। ਐਸਾਖ ਸੁਹਾਵਾ ਤਾਂ ਲੱਗਾ, ਜਾਂ ਸੰਤ ਭੇਟੈ ਹਰ ਸੋਏ। ਸੋ ਵੈਸਾਖ ਦਾ ਮਹੀਨਾ ਤਾਂ ਸੋਭਨੀਕ ਹੈ, ਤਾਂ ਇਹ ਚੰਗਾ ਲੱਗਦਾ ਹੈ। ਜੇਕਰ ਸੰਤ ਮਹਾਤਮਾ ਪਰਮੇਸ਼ਰ ਦੇ ਨਾਮ ਜਪਣ ਵਾਲੇ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਨਾਨਕਾ ਪੂਰਨ ਸੋਈ ਸੰਤ। ਸੋ ਵਾਹਿਗੁਰੂ ਦਾ ਸਾਸ ਗਰਾਸ ਨਾਮ ਜਪਣ ਵਾਲੇ ਸੰਤ ਮਹਾਤਮਾ ਜੇ ਭੇਟਿਆ ਮਿਲ ਜਾਣ, ਪ੍ਰਾਪਤ ਹੋ ਜਾਣ। ਕਿਉਂਕਿ ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਜੇ ਮਿੱਤਰ ਵੰਜਾ ਮਿੱਤਰ ਸਾਦੜੇ ਸਈ, ਜਿਨ੍ਹਾਂ ਨੂੰ ਮਿਲਣ ਕਰਕੇ ਦੁਰਮਤ ਵੰਜਾ ਨਾਸ਼ ਹੋ ਜਾਂਦੀ ਹੈ। ਮਿੱਤਰ ਸਾਡੜੇ ਸਹੀ ਸਾਡੇ ਮਿੱਤਰ ਹਨ, ਪਰ ਹੈ ਗੁਰੂ ਕੇ ਪਿਆਰਿਓ ਬੜੇ ਵਿਰਲੇ, ਸਾਰੇ ਥਾਵਾਂ ਤੇ ਨਹੀਂ ਮਿਲਦੇ। ਭੇਖੀ ਬਥੇਰੇ ਹਨ, ਭੇਖੀ ਬਹੁਤ ਹਨ। ਸਾਰਕ ਤਾਲੀ ਦੇ ਦਰਸ਼ਨ ਸੋ ਕਰਤਾ ਜੀ ਨੇ ਦ੍ਰਿਸ਼ਟਾਂਤ ਦਿੱਤਾ, ਕਵੀ ਹਰਦਿਆਲ ਜੀ ਨੇ। ਕਹਿਣ ਲੱਗੇ ਜਿਵੇਂ ਡੱਡੂ ਖਾ ਕਰਕੇ ਤੇ ਪੇਟ ਭਰਨ ਵਾਲੇ ਸੱਪ ਬਥੇਰੇ ਆ, ਪਰ ਧਰਤੀ ਨੂੰ ਚੁੱਕਣ ਵਾਲਾ ਕਹਿੰਦੇ ਇੱਕ ਸ਼ੇਸ਼ਨਾਗ ਹੀ ਆ, ਸਾਰੇ ਨਹੀਂ। ਸੋ ਇਸੇ ਤਰ੍ਹਾਂ ਸੋ ਗੁਜ਼ਾਰਾ ਕਰਕੇ ਲੋਕਾਂ ਦੇ ਕੋਲੋਂ ਕਾਰ ਭੇਟਾ ਲੈ ਕੇ ਢਿੱਡ ਭਰਨ ਵਾਲੇ ਬਥੇਰੇ ਆ, ਪਰ ਉਧਾਰ ਕਰਨ ਵਾਲਾ ਕੋਈ ਵਿਰਲਾ ਹੀ ਮਹਾਂਪੁਰਖ ਮਿਲਦਾ। ਇਸੇ ਤਰ੍ਹਾਂ ਹੋਰ ਦ੍ਰਿਸ਼ਟਾਂਤ ਦਿੱਤੇ ਹਨ। ਕਹਿਣ ਲੱਗੇ ਗਿਰ ਗਿਰ ਮੈਂ ਮਾਨਕ ਨਹੀਂ, ਬਨ ਬਨ ਮੋਤੀ ਨਾਹੇ। ਬਨ ਬਨ ਮੈਂ ਚੰਦਨ ਨਹੀਂ, ਗਿਰ ਗਿਰ ਮੋਤੀ ਨਾਹੇ। ਚੰਦਨ ਤਾਰ ਬਨ ਬਨ ਨਹੀਂ। ਸੋ ਗਿਰ ਗਿਰ ਮੈਂ ਮਾਨਕ ਨਹੀਂ, ਗਾਜ ਗਾਜ ਮੋਤੀ ਨਾਹੇ। ਚੰਦਨ ਤਾਰ ਬਨ ਬਨ ਨਹੀਂ, ਸੰਤ ਨਾ ਪੁਰ ਪੁਰ ਮਾਹੇ। ਕਹਿੰਦੇ ਸਾਰੇ ਪਹਾੜਾਂ ਦੇ ਵਿੱਚੋਂ, ਪਰਬਤਾਂ ਵਿੱਚੋਂ ਪਾਰਸ ਵੱਟੀ ਨਹੀਂ ਮਿਲਦੀ, ਮਾਣਕ ਨਹੀਂ ਮਿਲਦੇ। ਔਰ ਇਸੇ ਤਰ੍ਹਾਂ ਹਰੇਕ ਜੰਗਲ ਦੇ ਵਿੱਚ ਚੰਦਨ ਦਾ ਦਰਖਤ ਨਹੀਂ ਮਿਲਦਾ। ਹਰੇਕ ਹਾਥੀ ਦੇ ਸਿਰ ਦੇ ਵਿੱਚੋਂ ਮੋਤੀ ਨਹੀਂ ਪ੍ਰਾਪਤ ਹੁੰਦਾ, ਸੁੱਚਾ ਮੋਤੀ। ਔਰ ਇਸੇ ਤਰ੍ਹਾਂ ਹਰੇਕ ਸੰਤ ਜੋ ਪਿੰਡ ਦੇ ਵਿੱਚ ਸੰਤ ਨਹੀਂ ਪ੍ਰਾਪਤ ਹੁੰਦਾ, ਉਹ ਵੱਡੇ ਭਾਗਾਂ ਵਾਲੇ ਨਗਰ ਹਨ। ਜਿਹ ਕੁਲ ਸਾਧ ਵੈਸ਼ਨੋ ਹੋਏ। ਸੋ ਬਚਨ ਕਰਨ ਲੱਗੇ ਭਗਤ ਰਵਿਦਾਸ ਜੀ, ਕਹਿਣ ਲੱਗੇ ਜਿਸ ਕੁਲ ਦੇ ਵਿੱਚ ਸਾਧ ਨੂੰ ਜੋ ਪਰਮੇਸ਼ਰ ਦੀ ਬੰਦਗੀ ਕਰਨ ਵਾਲਾ, ਪਰਮੇਸ਼ਰ ਦਾ ਭਗਤ ਹੋਵੇ, ਉਹ ਵਿਰਲੀ ਕੁਲ ਹੈ। ਵਰਨ ਅਵਰਨ ਰੰਕ ਨਹੀਂ ਈਸ਼ਰ, ਬਿਮਲ ਬਾਸ ਜਾਨੀਏ ਜਗ ਸੋਏ। ਧਨ ਸੋ ਠਾਓ ਧਨ ਸੋ ਗਾਓ, ਧਨ ਪੁਨੀਤ ਕੁਟੰਬ ਸਭ ਲੋਏ। ਉਹ ਗੁਰੂ ਕੇ ਪਿਆਰਿਓ ਭਾਵੇਂ ਉੱਚੀ ਕੁਲ ਹੈ, ਭਾਵੇਂ ਲੋਕਾਂ ਨੇ ਜਿਸ ਨੂੰ ਮਨੋ ਸਿਮਰਤੀ ਅਨੁਸਾਰ ਜਾਂ ਇਹ ਵੰਡ ਜੋ ਕੀਤੀ ਹੈ ਵਰਨਾ ਆਸ਼ਰਮਾਂ ਦੀ, ਇਹਦੇ ਅਨੁਸਾਰ ਭਾਵੇਂ ਉਹ ਛੋਟੀ ਕੁਲ ਹੈ। ਭਗਤ ਰਵਿਦਾਸ ਜੀ ਕਹਿਣ ਲੱਗੇ ਉਹ ਵਾਸਾ ਬੜਾ ਹੀ ਨਿਰਮਲ ਹੈ, ਉਹ ਥਾਂ ਵੀ ਧਨ, ਉਹ ਨਗਰ ਵੀ ਧਨ, ਉਹ ਕੁਲ ਵੀ ਧਨ, ਉਹ ਕੁਟੰਬ ਪਰਿਵਾਰ ਵੀ ਧਨ, ਉਹਦੀ ਸੰਗਤ ਕਰਨ ਵਾਲੇ ਵੀ ਧਨ ਹੋ ਜਾਂਦੇ ਆ। ਸੋ ਆਪ ਤਰੇ ਤਾਰੇਨ ਸ੍ਰਿਠਾ। ਇਹੋ ਜਿਹੇ ਗੁਰਮੁਖ ਪਿਆਰੇ ਸੰਤ ਮਹਾਤਮਾ ਗੁਰਮੁਖ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ। ਸੋ ਤਿੰਨਾਂ ਦੀ ਸੰਗਤ ਕਰੋ ਭਾਈ। ਸੋ ਵਿਚਾਰ ਕਰ ਰਹੇ ਸੀ, ਸੰਤ ਨ ਪੁਰ ਪੁਰ ਮਾਹੇ। ਇਸੇ ਪ੍ਰਕਾਰ ਹੀ ਸਾਰੇ ਥਾਵਾਂ ਦੇ ਉੱਪਰ ਉਹ ਸੰਤ ਮਹਾਤਮਾ ਨਹੀਂ ਪ੍ਰਾਪਤ ਹੁੰਦੇ, ਭਾਵੇਂ ਕਿ
ਸੋ ਸੰਤ ਭੇਖੀ ਅਨੇਕਾਂ ਹਨ, ਪਰ ਉਧਾਰ ਕਰ ਦੇਣ ਵਾਲਾ ਕਿਸੇ ਗੁਰਮੁਖ ਦਾ, ਕਿਸੇ ਜੀਵ ਦਾ ਉਹ ਕੋਈ ਵਿਰਲਾ ਹੀ ਗੁਰਮੁਖ ਹੁੰਦਾ, ਮਹਾਂਪੁਰਖ ਹੁੰਦਾ। ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ, ਕਰੋੜਾਂ ਦੇ ਵਿੱਚ ਵਿਰਲਾ ਹੀ ਉਹ ਗੁਰਮੁਖ ਹੈ ਜਿਹਦੇ ਚਿੱਤ ਵਿੱਚ ਪਰਮੇਸ਼ਰ ਦਾ ਵਾਸਾ ਹੈ, ਪਰਮੇਸ਼ਰ ਦੇ ਨਾਮ ਦਾ ਵਾਸਾ ਹੈ। ਬਾਕੀ ਸਾਰਿਆਂ ਦੇ ਚਿੱਤ ਵਿੱਚ ਮਾਇਆ ਹੀ ਵਸੀ ਹੈ। ਮੂੰਹ ਤੋਂ ਭਾਵੇਂ ਰਾਮ ਰਾਮ ਉਚਾਰੀ ਜਾਣ, ਮਾਲਾ ਵੀ ਘੁਮਾਈ ਜਾਣ, ਮਾਲਾ ਹੱਥ 'ਚ ਫਿਰੀ ਜਾਂਦੀ ਹੈ, ਮੂੰਹ 'ਚ ਜ਼ੁਬਾਨ ਵੀ ਚੱਲੀ ਜਾਂਦੀ ਹੈ, ਪਰ ਮਨ ਜਿਹੜਾ ਹੈ ਇਹ ਚੌਹਾਂ ਦਿਸ਼ਾਂ 'ਚ ਭਰਮੀ ਫਿਰਦਾ ਹੈ। ਸੋ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਕਿਰਪਾ ਕਰਨ ਇਹੋ ਜਿਹੇ ਗੁਰਮੁਖ। ਨਾਨਕ ਤਿਨ ਸੰਤਨ ਸਰਣਾਗਤੀ, ਜਿਨ ਮਨ ਵਸ ਕੀਨਾ, ਤਨ ਮਨ ਆਪਣੋ ਜੀਅਰਾ, ਹਰ ਜਨ ਕੋ ਦੀਨਾ। ਸੋ ਇਹੋ ਜਿਹੇ ਸੰਤ ਮਹਾਤਮਾ ਜੇ ਇਸ ਵਿਸਾਖ ਦੇ ਮਹੀਨੇ ਦੇ ਵਿੱਚ ਸੰਗਤਾਂ ਦੀ ਸੰਗਤ ਮਿਲ ਜਾਏ, ਨਾਮ ਜਪੀਏ, ਕਿਉਂਕਿ ਇਹ ਚਿੱਤ ਵਿੱਚ ਪਰਮੇਸ਼ਰ ਦਾ ਚਿੰਤਨ ਆ ਜਾਏ ਤਾਂ ਇਹ ਚਿੱਤ ਚੇਤਨ ਦਾ ਹੀ ਰੂਪ ਬਣ ਜਾਂਦਾ ਹੈ। ਸੋ ਉਹ ਪਰਮੇਸ਼ਰ ਦਾ ਹੀ ਰੂਪ ਬਣ ਜਾਂਦਾ। ਪਰ ਜਿੰਨੀ ਇਹਦੀ ਬਿਰਤੀ ਨੀਵੀਂ ਚਲੀ ਜਾਏਗੀ, ਮਾੜੇ ਪਦਾਰਥਾਂ ਨੂੰ, ਦੁਨਿਆਵੀ ਪਦਾਰਥਾਂ ਨੂੰ ਸੋਚੇਗਾ, ਕੁਸੰਗਤ ਵਿੱਚ ਮਾੜੀ ਵਿੱਚ ਪਵੇਗਾ, ਓਨੀ ਇਹ ਚਿੱਤ ਦੀ ਬਿਰਤੀ ਨੀਵੀਂ ਚਲੀ ਜਾਏਗੀ ਔਰ ਉਹੀ ਜੀਵ ਪਾਪੀ ਬਣ ਜਾਏਗਾ, ਕੁਸੰਗਤ ਕਰਨ ਵਾਲਾ ਪਾਪੀ ਬਣ ਜਾਏਗਾ। ਜੇ ਜਿਸ ਨੂੰ ਗੁਰੂ ਕੀ ਸੰਗਤ ਪ੍ਰਾਪਤ ਹੋ ਗਈ, ਸਤਸੰਗੀ ਬਣ ਗਿਆ, ਉਹ ਸਤਸੰਗਤ ਕਰਨ ਵਾਲਾ ਗੁਰੂ ਕੇ ਪਿਆਰਿਓ ਗੁਰਮੁਖ ਬਣ ਜਾਏਗਾ, ਮਹਾਂਪੁਰਖ ਬਣ ਜਾਏਗਾ। ਉਹ ਆਪ ਤਰੇਗਾ, ਉਹਦੀ ਸੰਗਤ ਕਰਨ ਵਾਲੇ ਨਿਹਾਲ ਹੋਣਗੇ। ਇਹ ਪਾਵਨ ਪਵਿੱਤਰ ਉਪਦੇਸ਼ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤਾ। ਸਤਿਗੁਰੂ ਗਰੀਬ ਨਵਾਜ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਕਰਦਿਆਂ ਤੁਛ ਬੁੱਧੀ ਦੇ ਨਾਲ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣੀ ਗੁਰੂ ਪਿਆਰਿਓ। ਸੋ ਆਓ ਦੋ ਪੰਕਤੀਆਂ ਪੜ੍ਹ ਕਰਕੇ ਫਤਿਹ ਬੁਲਾਈਏ। ਉਸ ਤੋਂ ਪਹਿਲਾਂ ਦਾਸ ਇੱਕ ਬੇਨਤੀ ਕਰੇ, ਜਿਨ੍ਹਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੁਰਸਿੱਖੀ ਧਾਰਨ ਕੀਤੀ ਹੈ, ਵਡਭਾਗੇ ਹਨ। ਜਿਨ੍ਹਾਂ ਅੰਮ੍ਰਿਤ ਛਕਿਆ ਵੱਡੇ ਭਾਗਾਂ ਵਾਲੇ ਹਨ। ਜਿਨ੍ਹਾਂ ਅੰਮ੍ਰਿਤ ਛਕਿਆ ਗੁਰੂ ਪਿਆਰਿਓ ਰਹਿਤਾਂ ਰੱਖੀਏ। ਜੇ ਕੋਈ ਰਹਿਤਾਂ ਵਿੱਚ ਢਿਲਾਈ ਹੈ ਤੇ ਅੱਜ ਖਾਲਸਾ ਸਾਜਨਾ ਦਿਵਸ ਤੇ ਉਹ ਰਹਿਤਾਂ ਦੀਆਂ ਢਿਲਾਈਆਂ ਕੱਢ ਕਰਕੇ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕਰਕੇ ਦੁਬਾਰਾ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸੋ ਰਹਿਤ ਵਿੱਚ ਤਿਆਰ ਪੁਰ ਤਿਆਰ ਹੋਈਏ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੀਏ। ਜਿਨ੍ਹਾਂ ਨੇ ਅਜੇ ਤੱਕ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਕੇਸਾਂ ਦੀ ਬੇਅਦਬੀ ਕਰਾਉਂਦੇ ਆ, ਦਾੜਾ ਕੇਸ ਕਤਲ ਕਰਾਉਂਦੇ ਆ, ਉਹ ਪਿਆਰਿਓ ਅੱਜ ਤੋਂ ਦਾੜਾ ਕੇਸ ਕਤਲ ਨਾ ਕਰਾਓ, ਕੇਸਾਂ ਦੀ ਬੇਅਦਬੀ ਨਾ ਕਰੋ। ਜਿਹੜੇ ਨਸ਼ੇ ਵਰਤਦੇ ਆ, ਨਸ਼ਿਆਂ ਦਾ ਸੇਵਨ ਕਰਦੇ ਆ, ਕਿਸੇ ਵੀ ਪ੍ਰਕਾਰ ਦਾ ਨਸ਼ਾ ਬਿਲਕੁਲ ਗੁਰਮਤਿ ਵਿੱਚ ਵਰਜਿਤ ਹੈ, ਮਨਾ ਹੈ, ਨਾ ਵਰਤੋਂ ਕਰੋ। ਕਿਉਂਕਿ ਇਹ ਸਾਰੇ ਨਸ਼ੇ ਹਾਨੀ ਨੂੰ ਪ੍ਰਾਪਤ ਕਰਾਉਂਦੇ ਆ। ਸੋ ਸਰੀਰ ਦਾ ਨੁਕਸਾਨ ਹੁੰਦਾ ਨਸ਼ਿਆਂ ਦੇ ਨਾਲ, ਮਨ ਕਮਜ਼ੋਰ ਹੁੰਦਾ ਹੈ, ਧਨ ਪੱਖੋਂ ਆਰਥਿਕ ਪੱਖੋਂ ਉਹ ਜੀਵ ਹਾਨੀ ਨੂੰ ਪ੍ਰਾਪਤ ਹੁੰਦਾ ਜਿਹੜਾ ਨਸ਼ਿਆਂ ਦੀ ਵਰਤੋਂ ਕਰਦਾ, ਉਹਦਾ ਇਖਲਾਕ ਡਿੱਗ ਜਾਂਦਾ ਹੈ। ਉਹ ਸੋ ਸੁਸਾਇਟੀ ਦੇ ਵਿੱਚ ਸਭਾ ਸਮਾਜ ਦੇ ਵਿੱਚ ਉਹਨੂੰ ਮਾੜਾ ਜਾਣਿਆ ਜਾਂਦਾ ਜੋ ਨਸ਼ਿਆਂ ਦਾ ਆਦੀ ਹੋ ਜਾਂਦਾ ਹੈ। ਸੋ ਇਸ ਕਰਕੇ ਇਹ ਨਸ਼ੇ ਹਰੇਕ ਪ੍ਰਕਾਰ ਦੇ ਨਾਲ ਇਹ ਹਾਨੀ ਪਹੁੰਚਾਉਣ ਵਾਲੇ ਨਸ਼ਿਆਂ ਦਾ ਤਿਆਗ ਕਰਕੇ ਇੱਕ ਨਾਮ ਦਾ ਨਸ਼ਾ ਲਈਏ, ਨਾਮ ਦਾ ਨਸ਼ਾ ਸੋ ਵਰਤਿਆ ਕਰੀਏ ਜੇ ਵੱਡੇ ਭਾਗ ਹੋਣ। ਸਤਿਗੁਰੂ ਜੀ ਦੇ ਸੋ ਇਤਿਹਾਸ ਵਿੱਚ ਪਾਵਨ ਬਚਨ ਹਨ, ਆਕਤ ਧੂਰਾ ਸੁਰਾ ਭਾਨ ਉਤਰ ਜਾਹੇ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇਹ ਸਾਰੇ ਪ੍ਰਕਾਰ ਦੇ ਆਕਤ ਧੂਰਾ, ਸ਼ਰਾਬ ਪੀਣੀ, ਪਾਨ ਆਦਿਕ ਵਰਤਣੇ, ਇਹ ਜਿਹੜੇ ਨਸ਼ੇ ਆ ਵੱਧ ਤੋਂ ਵੱਧ ਜੇ ਕਿਸੇ ਨੇ ਰਾਤ ਨੂੰ ਪੀਤਾ ਹੋਊ ਸਵੇਰ ਤੱਕ ਉਹ ਲੱਥ ਜਾਂਦਾ ਹੈ। ਔਰ ਜਿੰਨਾ ਚਿਰ ਤੱਕ ਦੁਬਾਰਾ ਨਾ ਵਰਤੇ ਉਹਨਾਂ ਚਿਰ ਤੱਕ ਕਹਿੰਦਾ ਮੇਰੇ ਕੋਲ ਹਿੱਲਿਆ ਨਹੀਂ ਜਾਂਦਾ, ਮੈਨੂੰ ਟੋਟ ਆ ਗਈ ਆ। ਇਸ ਕਰਕੇ ਇਹ ਝੂਠੇ ਨਸ਼ਿਆਂ ਤੋਂ ਕੀ ਲੈਣਾ। ਸਤਿਗੁਰੂ ਗਰੀਬ ਨਵਾਜ ਜੀ ਨੇ ਬਚਨ ਕੀਤੇ, ਨਾਮ ਰਸਾਇਣ ਜੋ ਰਤੇ ਨਾਨਕ ਸੱਚ ਅਮਲੀ,
ਸੱਚਾ ਅਮਲ ਕਰਨਾ ਤੇ ਨਾਮ ਦਾ ਨਸ਼ਾ ਹੈ। ਜੋ ਇੱਕ ਵਾਰੀ ਚੜ ਜਾਏ, ਚੜਦਾ ਤੇ ਥੋੜਾ ਔਖਾ ਹੈ ਪਰ ਫਿਰ ਉਹ ਲੱਥਦਾ ਨਹੀਂ। ਇਹੋ ਜਿਹਾ ਨਸ਼ਾ ਵੇਖੋ ਜਿਨ੍ਹਾਂ ਉਹਨਾਂ ਦੇ ਬੰਦ ਵੀ ਕੱਟੇ ਗਏ ਤੇ ਉਹ ਨਸ਼ਾ ਨਾ ਲੱਥਾ। ਸੀਸ ਧੜ ਦੇ ਨਾਲੋਂ ਅਲੱਗ ਹੋ ਗਏ ਪਰ ਨਸ਼ਾ ਨਾ ਲੱਥਾ। ਆ ਝੂਠੇ ਨਸ਼ੇ, ਕੋਈ 2 ਘੁੱਟ ਪੀ ਕੇ ਕਹਿੰਦਾ ਬੁਰਰ, ਅੱਗੋਂ ਕੋਈ ਮਿਲ ਜੇ ਮਾਰੇ ਬਥਾੜਾਂ ਤੇ ਉਸੇ ਵੇਲੇ ਅੱਖਾਂ ਖੁੱਲ੍ਹ ਜਾਂਦੀਆਂ, ਹੱਥ ਜੋੜ ਕੇ ਮਾਫੀ ਮੰਗਦੇ, ਫਿਰ ਕਹਿੰਦੇ ਵੀ ਉਹ ਨਸ਼ਾ ਲੱਥ ਗਿਆ ਜੀ, ਉਹ ਨਸ਼ੇ 'ਚ ਕਿਹਾ ਜੀ ਮੈਨੂੰ ਮਾਫੀ ਦਿਓ, ਮੈਂ ਐਵੇਂ ਗਾਲਾਂ ਕੱਢੀ ਗਿਆ। ਇਹ ਝੂਠੇ ਨਸ਼ੇ ਝੱਟ ਲੱਥ ਜਾਂਦੇ ਆ ਪਰ ਜਿਹੜਾ ਅਸਲੀ ਨਸ਼ਾ ਹੈ ਨਾਮ ਦਾ ਨਸ਼ਾ ਗੁਰੂ ਪਿਆਰਿਓ, ਉਹ ਵਰਤਣ ਦਾ ਯਤਨ ਕਰੀਏ। ਸਤਿਗੁਰੂ ਜੀ ਰਹਿਮਤ ਕਰਨ। ਇੰਨੀਆਂ ਬੇਨਤੀਆਂ ਕਰਦਿਆਂ ਹੋਇਆ ਦਾਸ ਕੋਲੋਂ ਬੇਅੰਤ ਭੁੱਲਾਂ ਹੋ ਗਈਆਂ, ਤੁੱਛ ਬੁੱਧੀ ਨਾਲ ਹੋਈਆਂ ਬੇਅੰਤ ਭੁੱਲਾਂ ਦੀ ਸਤਿਗੁਰੂ ਜੀ ਮਾਫੀ ਦੇਣ, ਬਖਸ਼ਣ ਯੋਗ ਹਨ। ਆਪ ਸੰਗਤ ਨੇ ਕਿਰਪਾ ਕਰਨੀ। ਆਪ ਜੀ ਗੁਰਮੁਖ ਹੋ, ਸਿਆਣੇ ਹੋ, ਸੂਝਵਾਨ ਹੋ, ਉਹਨਾਂ ਭੁੱਲਾਂ ਦੀ ਖਿਮਾ ਬਖਸ਼ਦਿਆਂ ਉਪਦੇਸ਼ ਗੁਰੂ ਕਾ ਆਪਣੇ ਹਿਰਦੇ 'ਚ ਜਾਣ ਕੇ ਧਾਰਨ ਕਰੀਏ ਤਾਂ ਜੋ ਗੁਰੂ ਕਾ ਉਪਦੇਸ਼ ਕਮਾ ਕੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਨੂੰ ਪ੍ਰਾਪਤ ਹੋਈਏ। ਆਓ 2 ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ। ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲਹੁ ਪ੍ਰਾਪਤ ਹੋਏ। ਵੈਸਾਖ ਸੁਹਾਵਾ ਤਾਂ ਲੱਗੈ, ਜਾ ਸੰਤ ਭੇਟੈ ਹਰ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਹਾਜ਼ਰ ਆਏ ਜਾਂ ਸੂਖਮ ਕਰ ਦਈਏ, ਫਿਰ ਰੋਜ਼ਾਨਾ ਵੀ ਕਰ ਦਈਏ ਨਾਲ 2 ਵਰਤੀ ਚੱਲ ਆ ਜਾਓ ਭਾਈ। ਵਾਹਿਗੁਰੂ।
ਸਾਧ ਸੰਗਤ ਜੀ ਪਿਤਾ ਦਸ਼ਮੇਸ਼ ਜੀ ਦਾ ਰਹਿਣਾ ਚਾਹੀਦਾ ਸ਼ੁਕਰ ਗੁਜ਼ਾਰ ਸਾਨੂੰ ਹੱਥੀ ਵਾਰ ਕੇ ਸਾਰਾ ਪਰਿਵਾਰ ਆਪਣਾ ਕੀਤਾ ਪੁੱਤਾਂ ਨੂੰ ਵੱਧ ਪਿਆਰ ਸਾਨੂੰ ਸਾਬਤ ਸੂਰਤ ਤੇ ਵਕਰਾ ਬਖਸ਼ ਬਾਣਾ ਨਾਲੇ ਦਿੱਤੀ ਦੁੱਤੀ ਦਸਤਾਰ ਸਾਨੂੰ ਬੜੀਆਂ ਕਾਲਣਾ ਕਾਲ ਕੇ ਮਿਲ ਸਕੇ ਤੇ ਲੋਕੀ ਐਵੇਂ ਨੀ ਸਾਨੂੰ ਸਰਦਾਰ ਕਹਿੰਦੇ ਹੋ। ਸੇਵਾ ਤੀ ਦੇ ਮਾਲਕ ਦੀ ਕਰਕੇ ਸਿਫਤ ਹੋਈ ਦਾ ਗੌਰੇ ਉਹ ਕੁਲਾ ਤਾਰ ਗਏ ਨੇ ਬਣ ਗਏ ਜੋ ਚਰਨਾਂ ਦੇ ਪੌਰੇ ਨੰਦ ਲਾਲ ਗੋਆ ਵਾਂਗੂ ਉਸ ਦੇ ਜਲਵੇ ਵਿੱਚ ਸਮਾਉਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ ਤੀ ਦੇ ਮਾਲਕ ਦੇ ਕਰਕੇ ਸਿਫਤ ਹੋਈ ਦਾ ਗੌਰੇ ਉਹ ਕੁਲਾ ਤਾਰ ਗਏ ਨੇ ਬਣ ਗਏ ਜੋ ਚਰਨਾਂ ਦੇ ਪੌਰੇ ਲਾਲ ਗੋਇਆ ਵਾਂਗੂ ਉਸ ਦੇ ਜਲਵੇ ਵਿੱਚ ਸਮਾਉਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ ਨਿਗਾਰੇ ਹੋਏ ਭਾਰਤ ਦੇ ਤਾਕਤ ਤਸਗੀ ਵਿੱਚ ਰਸਾਤਲ ਇਸਲਾਮ ਦਾ ਤਸਦੇ ਬਹੁਤ ਬੜੇ ਮੁਹੰਮਦ ਕਾਤਲ ਦਸਵੇਂ ਪਾਤਸ਼ਾਹ ਦੇ ਬਿਨ ਦਸਵੇਂ ਪਾਤਸ਼ਾਹ ਦੇ ਸਾਨੂੰ ਕਿਣ ਸੀ ਗਲੇ ਲਗਾਉਣਾ ਸਾਨੂੰ ਕਿਣ ਸੀ ਗਲੇ ਲਗਾਉਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ ਰੀਲੇ ਪੰਡਤ ਦਾ ਸ੍ਰੀ ਡੰਗ ਤੇਜ ਫਨਿਆਰ ਨਾਗੋ ਨੰਨੀ ਹਮਦਰ ਦੇ ਪਤਾ ਨਹੀਂ ਉੱਡ ਕੇ ਕਿਧਰ ਦਿਮਾਗਾਂ ਸਰਦਾਰ ਸੋਦਰਾਂ ਤੋਂ ਕਿਹਨ ਸੀ ਪ੍ਰੀਤਮ ਬਾਜ ਬਲਾਉਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ ਭਾਰਤ ਦਾ ਬਾਦਸ਼ਾਹ ਜੇ ਰੱਖੇ ਰੀਤ ਨਾਲ ਸਰੀਕਾ ਤਲਵਾ ਸਰੀਅਰਤ ਦੇ ਰੋਕੀ ਵਰਤ ਕੇ ਅਜਬ ਤਰੀਕਾ ਹਿੰਦੂਆਂ ਦੀ ਢਾਲ ਜਮਾ ਹਿੰਦੂਆਂ ਦੀ ਢਾਲ ਜਮਾ ਲਾਇਆ ਬਾਪੂ ਦਾ ਸਿਰ ਸੋਨਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ ਗਾਂ ਤੇ ਆਰਿਆਂ ਦੇ ਪਹਿਲਾ ਵਰਤ ਲੈ ਥਾਰ ਮਿਲੇ ਦੁੱਖ ਜੜ ਤੋਂ ਪਿੱਟਣ ਲੈ ਆਖਰ ਤੇ ਗਿਠਾੜੀ ਡੋਲੇ ਪ੍ਰਭੂ ਦਾ ਕੈ ਹੋ ਗਿਆ ਸਫਲ ਬੰਸ ਮਨ ਮੋਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ ਨਾ ਦੌਲਤ ਮਲੇ ਤਾਂ
ਦੇ ਬਨਾਲ ਮੱਥਾ ਲੱਖਾਂ ਤੇ ਪਾਰੇ ਵੇ ਉਸ ਦੇ ਪੰਜ ਵੀਰ ਦਾ ਜੱਥਾ ਅਸੀਂ ਤਾਕਤ ਤੋਂ ਮੋਰਚਾ ਬਾਦਸ਼ਾਹ ਦੇ ਨਾਲ ਲਾਉਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ 10 ਲੱਖ ਦੁਸ਼ਮਣ ਨਾ ਲੜ ਗਏ ਹੋਂਗ ਕੀਤਿਆਂ ਵਾਂਗ ਸਾਵੇਂ ਨੈਣਾ ਦੇ ਉੱਡ ਕੇ ਲਾਲ ਫੀਤਿਆਂ ਵਾਂਗ ਜਾਲ ਮਹਾਰਾਜਿਆਂ ਦਾ ਅੱਖ ਤੀਰੀ ਹਾਰ ਪਰੋਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ ਜੀਰਾ ਕੱਟਣ ਲੈ ਵਾਰੀ ਮਤ ਪਿਆਰੇ ਬੇਟੇ ਮੁਖ ਮਲਾ ਤੇ ਆਗ ਪਰ ਦੇ ਰੇੜਾ ਸੋਨਾ ਉੱਪਰ ਲੇਟੇ ਇੱਕ ਭਾਰਤ ਭੂਮੀ ਦਾ ਦੁੱਖ ਭਾਰਤ ਭੂਮੀ ਦਾ ਹਰ ਕੇ ਬੰਦ ਕਰਾਇਆ ਰੋਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ 10 ਲੱਖ ਦੁਸ਼ਮਣ ਨਾ ਲੜ ਗਏ ਹੋਂਗ ਕੀਤਿਆਂ ਵਾਂਗ ਸਾਵੇਂ ਨੈਣਾ ਦੇ ਉੱਡ ਕੇ ਲਾਲ ਫੀਤਿਆਂ ਵਾਂਗ ਭਾਰਤ ਭੂਮੀ ਦਾ ਹਰ ਕੇ ਬੰਦ ਕਰਾਇਆ ਰੋਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ ਕਿਧਰੇ ਕਮਲ ਫੜੇ ਐਸੇ ਜੋਰ ਕਾਵਦੇ ਦੱਸੇ ਇਤਿਹਾਸ ਕਸੈਤ ਭਗਤ ਮੋਤੀ ਲੰਕਰ ਚੋਣੇ ਵਸੇ ਧਿਆਨ ਦੀ ਗੋਦੀ ਮੇ ਬੇਟਾ ਨਹੀਂ ਜਲ ਆਖ ਲਿਆਉਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ ਦੌਲਤ ਮਲੇ ਤਾਂ ਲਾਤਾ ਰੰਗ ਦੇ ਬਨਾਲ ਮੱਥਾ ਲੱਖਾਂ ਤੇ ਪਾਰੇ ਵੇ ਉਸ ਦੇ ਪੰਜ ਵੀਰ ਦਾ ਜੱਥਾ ਬਾਦਸ਼ਾਹ ਦੇ ਹੀਰੇ ਨੂੰ ਨਦੀ ਵਿੱਚ ਸੁੱਟ ਤੇ ਆਗ ਵਿਖਾਉਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ ਬਿਨ ਦੌਲਤ ਅੰਬਲੇ ਤਾਂ ਲਾਤਾ ਰੰਗ ਦੇ ਬਨਾਲ ਮੱਥਾ ਲੱਖਾਂ ਤੇ ਪਾਰੇ ਵੇ ਉਸ ਦੇ ਪੰਜ ਵੀਰ ਦਾ ਜੱਥਾ ਜਗਦੀਸ਼ ਮਰੀਏ ਜਗਦੀਸ਼ ਮਰੀਏ ਜੇ ਮੁੱਕ ਜੇ ਔਲਖ ਆਉਣਾ ਗਾਉਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ ਬੜਾ ਔਖਾ ਹੈ ਹੀਰੇ ਵਿੱਚ ਛੇਕ ਪਾਉਣਾ ਕਿਸੇ ਇਲਮ ਦਾ ਔਖਾ ਉਸਤਾਦ ਹੋਣਾ ਕਹਿਣਾ ਵਾਂ ਗੁਲਾਮੀ ਦੇ ਪਿੰਜਰੇ ਚੋਂ ਔਖਾ ਬੁਲਬੁਲਾਂ ਤਾਈ ਉਬਾਦ ਹੋਣਾ ਸੁਖ ਗ੍ਰਿਸ਼ਤ ਦਾ ਛੱਡਣਾ ਬੜਾ ਔਖਾ ਐ ਪਰ ਸਭ ਤੋਂ ਔਖਾ ਹੈ ਸਾਧ ਹੋਣਾ ਸੰਤ ਸਾਧ ਹੋਣਾ ਬ੍ਰਹਮ ਗਿਆਨੀ ਹੋਣਾ ਇਹ ਕੋਈ ਸੌਖੀ ਗੱਲ ਨਹੀਂ ਹੈ ਜਿਨ੍ਹਾਂ ਨੇ ਆਪਣਾ ਆਪ ਗਵਾਉਣਾ ਕੀਤਾ ਫਿਰ ਉਸ ਪਿਆਰੇ ਦੀ ਮੰਜ਼ਿਲ ਪ੍ਰਾਪਤ ਹੁੰਦੀ ਹੈ ਗੁਰੂ ਮਹਾਰਾਜ ਕਹਿੰਦੇ ਆਪ ਗਵਾਈਏ ਤਾਂ ਸੋ ਪਾਈਏ ਔਰ ਕੈਸੀ ਚਤਰਾਈ ਕਿਉਂਕਿ ਆਪਣਾ ਆਪ ਗਵਾਉਣਾ ਪੈਂਦਾ ਫਿਰ ਉਸ ਪਿਆਰੇ ਦੀ ਮੰਜ਼ਿਲ ਪ੍ਰਾਪਤ ਹੁੰਦੀ ਹੈ ਸੋ ਇਹ ਹੈ ਮਹਾਂਪੁਰਖਾਂ ਦਾ ਪਵਿੱਤਰ ਅਸਥਾਨ ਗੁਰਦੁਆਰਾ ਅਕਾਲ ਦਰਬਾਰ ਵਿਖੇ ਜੋ ਕਿ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਦਮਦਮੀ ਟਕਸਾਲ ਭਿੰਡਰਾਂ ਵਾਲੇ ਮਹਾਂਪੁਰਖ ਜੋ ਜਿਨ੍ਹਾਂ ਦੀ ਯਾਦ ਵਿੱਚ ਇਹ ਪਵਿੱਤਰ ਅਸਥਾਨ ਚੜ੍ਹਦੀ ਕਲਾ ਦੇ ਨਾਲ ਸਤਿਕਾਰਯੋਗ ਗਿਆਨੀ ਜੀ ਸਾਡੇ ਤੋਂ ਪਹਿਲਾਂ
ਜਿਨ੍ਹਾਂ ਨੇ ਬੜੇ ਵਿਸਤਾਰ ਢੰਗ ਦੇ ਨਾਲ ਗਿਆਨੀ ਭੁਪਿੰਦਰ ਸਿੰਘ ਜੀ ਮੁੱਖ ਸੇਵਾਦਾਰ ਇਸ ਪਾਵਨ ਦਰਬਾਰ ਦੇ ਹਜ਼ੂਰੀ, ਕਿਉਂਕਿ ਜੋ ਚਰਨ ਕਮਲ ਰੇਖਾ ਦੇ ਨਾਲ ਮਹਾਨ ਸੇਵਾ ਕਰ ਰਹੇ ਆ, ਸਾਡੇ ਤੋਂ ਪਹਿਲਾਂ ਉਹਨਾਂ ਨੇ ਬੜੇ ਵਿਸਤਾਰ ਢੰਗ ਤਰੀਕੇ ਦੇ ਨਾਲ ਜੋ ਅੱਜ ਦਾ ਪਾਵਨ ਦਿਹਾੜਾ ਹੈ ਵਿਸਾਖੀ ਦਾ ਪੁਰਬ, ਖਾਲਸਾ ਪੰਥ ਦਾ ਸਾਜਨਾ ਦਿਵਸ ਦੇ ਸੰਬੰਧ ਵਿੱਚ ਉਹਨਾਂ ਨੇ ਬੜੇ ਵਿਸਤਾਰ ਢੰਗ ਦੇ ਨਾਲ ਅੱਜ ਦੀ ਜੋ ਕਿ 13 ਅਪ੍ਰੈਲ 1699 ਮੇਰੇ ਪਾਤਸ਼ਾਹ ਜੀ ਨੇ ਇਹ ਖਾਲਸਾ ਪੰਥ ਦਾ ਸਾਜਨਾ ਦਿਵਸ, ਅੱਜ ਦੇ ਦਿਨ ਜੋ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ, ਉਹ ਪਾਵਨ ਦਿਹਾੜਾ ਬਾਬਾ ਜੀ ਨੇ ਬੜੇ ਵਿਸਤਾਰ ਦੇ ਨਾਲ ਕਥਾ ਦੇ ਰੂਪ ਵਿੱਚ ਆਪਾਂ ਨੂੰ ਸੁਣਾਉਣਾ ਕੀਤਾ ਏ। ਸੋ ਬੜੀ ਅਪਾਰ ਕਿਰਪਾਵਾਂ ਨਾਲ ਜੋ ਅੱਜ ਸੰਗਰਾਂਦਾਂ ਦਾ ਪਾਵਨ ਦਿਹਾੜਾ ਵਿਸਾਖ ਦੇ ਮਹੀਨੇ ਦੀ ਆਰੰਭਤਾ ਹੋਈ ਹੈ, ਉਸ ਪਾਵਨ ਅੱਜ ਦੇ ਮਹੀਨੇ ਦੀ ਕਥਾ ਹੋਈ ਹੈ। ਮਹਾਨ ਗੁਰਮਤਿ ਵਿਚਾਰਾਂ ਹੋਈਆਂ, ਬੜੇ ਪਿਆਰ ਦੇ ਨਾਲ ਸੰਗਤਾਂ ਗੁਰੂ ਦੇ ਚਰਨਾਂ ਵਿੱਚ ਬੈਠੇ ਹੋ, ਸਤ ਸੰਗਤ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਸਾਡੇ ਜਥੇ ਨੂੰ ਵੀ ਰੱਬ ਵਰਗੀ ਸੰਗਤ ਦੇ ਦਰਸ਼ਨ ਦੀਦਾਰ ਕਰਨ ਦਾ ਸਮਾਂ ਨਸੀਬ ਹੋਇਆ ਹੈ। ਕੁਝ